ਕੇਂਦਰ ਦੇ ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ 'ਚ ਜ਼ਬਰਦਸਤ ਸਿਆਸਤ ਚੱਲ ਰਹੀ ਹੈ। ਕਿਸਾਨ ਅੰਦੋਲਨ ਨੂੰ ਲੈ ਕੇ तमाम ਸਿਆਸੀ ਪਾਰਟੀਆਂ ਸਰਗਰਮ ਨੇ ਤੇ ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਵੀ ਕਰ ਰਹੀਆਂ ਨੇ। ਕਿਸਾਨਾਂ ਵੱਲੋਂ ਧਰਨਾ ਪ੍ਰਦਰਸ਼ਨ ਬਾਦਸਤੂਰ ਜਾਰੀ ਹੈ ਤੇ ਸੜਕਾਂ ਤੋਂ ਲੈ ਕੇ ਅੰਨਦਾਤਾ ਰੇਲ ਪਟਰੀਆਂ ਤੇ ਆ ਪਹੁੰਚੇ। ਦੂਜੇ ਪਾਸੇ ਦਿੱਲੀ ਤੋਂ ਵੱਡੇ ਰਾਜਨੀਤਿਕ ਲੀਡਰਾਂ ਦਾ ਪੰਜਾਬ 'ਚ ਪਹੁੰਚਣਾ ਵੀ ਸ਼ੁਰੂ ਹੋ ਗਿਆ ਹੈ। ਪਹਿਲਾਂ ਬੀਜੇਪੀ ਦੇ ਹਰਦੀਪ ਪੁਰੀ ਦਾ ਚੰਡੀਗੜ੍ਹ ਆ ਕੇ ਪ੍ਰੈਸ ਕਾਨਫਰੰਸ ਕਰਨਾ, ਫਿਰ ਕਾਂਗਰਸ ਦੇ ਰਾਹੁਲ ਗਾਂਧੀ ਦਾ ਪੰਜਾਬ ਦੌਰੇ ਤੇ ਆਉਣਾ ਤੇ ਬੀਜੇਪੀ ਸਰਕਾਰ ਨੂੰ ਇਸ ਮੁੱਦੇ ਤੇ ਘੇਰਨਾ। ਇਸ ਸਾਰੇ ਵਿਸ਼ੇ ਤੇ ਅੱਜ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਿੰਦਰ ਸਿੰਘ ਗਰੇਵਾਲ। ਸਭ ਤੋਂ ਪਹਿਲਾਂ ਸਵਾਗਤ ਤੁਹਾਡਾ ਜਗਬਾਣੀ ਪੰਜਾਬ ਕੇਸਰੀ ਵੈਬ ਟੀਵੀ ਤੇ ਜੀ। ਔਰ ਮੇਰਾ ਸਭ ਤੋਂ ਪਹਿਲਾ ਸਵਾਲ ਵੀ ਇਹ ਹੈ, ਤੁਹਾਡੇ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਪਹਿਲਾਂ ਤੁਸੀਂ ਅਸਤੀਫਾ ਦਿੱਤਾ, ਫਿਰ ਬੀਜੇਪੀ ਦੇ ਨਾਲ ਅਲਾਈਅੰਸ ਤੋੜਿਆ, ਪੰਜਾਬ 'ਚ ਵੱਡੀ ਰੈਲੀ ਵੀ ਕੀਤੀ ਗਈ, 3 ਤਖਤਾਂ ਤੋਂ ਜਿਹੜੀ ਹੈ ਉਸਦੀ ਸ਼ੁਰੂਆਤ ਹੋਈ। ਤੁਹਾਨੂੰ ਲੱਗਦਾ ਹੈ ਕਿ ਇਹ ਜਿਹੜਾ ਕਦਮ ਤੁਸੀਂ ਚੱਕਿਆ, ਇਸ ਕਦਮ ਦੇ ਨਾਲ, ਇਸ ਸਟੈਪ ਦੇ ਨਾਲ ਤੁਹਾਡੀ ਪਾਰਟੀ ਦਾ ਗ੍ਰਾਫ ਉੱਚਾ ਹੋਏਗਾ ਤੇ ਵਾਪਸ ਸੱਤਾ ਦੇ ਵਿੱਚ ਪਾਰਟੀ ਜਿਹੜੀ ਆ ਪਾਊਗੀ? ਦੇਖੋ ਮਨਪ੍ਰੀਤ, ਪਹਿਲੀ ਗੱਲ ਹੈ ਕਿ ਇਹ ਜੋ ਕੁਛ ਅਸੀਂ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਨੇ ਫੈਸਲੇ ਲਏ ਨੇ, ਇਹ ਰਾਜਨੀਤੀ ਤੋਂ ਉੱਪਰ ਉੱਠ ਕੇ ਲਏ ਨੇ। ਜੇ ਲੜਾਈ ਸਿਰਫ ਸੱਤਾ ਦੀ ਹੁੰਦੀ ਤਾਂ ਫਿਰ ਅਸੀਂ ਦਿੱਲੀ ਸੱਤਾ ਛੱਡ ਦੇਣਾ। ਇਹ ਲੜਾਈ ਸਿਧਾਂਤਾਂ ਦੀ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇਹ ਮਹਿਸੂਸ ਕਰਦਾ ਹੈ ਕਿ ਪੰਜਾਬ ਦਾ ਕਿਸਾਨ ਪੰਜਾਬ ਦੀ ਇਕੋਨਮੀ ਦੀ ਬੈਕਬੋਨ ਹੈ। ਤਕਰੀਬਨ 1 ਲੱਖ ਕਰੋੜ ਦੇ ਨੇੜੇ ਹਰ ਸਾਲ ਜਿਹੜਾ ਹੈਗਾ ਐਗਰੀਕਲਚਰ ਸੈਕਟਰ ਤੋਂ ਕੰਟਰੀਬਿਊਟ ਹੁੰਦਾ ਇਕਨੋਮਿਕਸ ਵਿੱਚ, ਜਿਹਦੇ ਚੋਂ ਕਣਕ, ਝੋਨਾ ਤੇ ਦੂਸਰੀਆਂ ਮੱਕੀ ਤੇ ਕਪਾਹ, ਦਾਲਾਂ, ਇਹ ਸਾਰੀਆਂ ਚੀਜ਼ਾਂ ਕੰਟਰੀਬਿਊਟ ਕਰ। ਸੋ ਇਹ ਮਹਿਸੂਸ ਕਰਦਾ ਸ਼੍ਰੋਮਣੀ ਅਕਾਲੀ ਦਲ ਕਿ ਇਹ ਜਿਸ ਤਰ੍ਹਾਂ ਇਕੋਨਮੀ ਤੇ ਜੱਟ ਦੇ ਤੇ ਸੱਟ ਵੱਜੀ, ਇਹ ਓਵਰਆਲ ਪੰਜਾਬ ਦੀ ਇਕੋਨਮੀ ਇਫੈਕਟ ਕਰੂਗੀ ਤੇ ਜਦ ਇਕੋਨਮੀ ਇਫੈਕਟ ਕਰਦੀ ਹੈ ਉਦੋਂ ਫਿਰ ਨਿਰਾਸ਼ਤਾ ਦੇ ਆਲਮ 'ਚ ਆਇਆ ਹੋਇਆ ਜਿਹੜਾ ਯੂਥ ਹੈ ਉਹ ਵਾਇਲੈਂਸ ਵੱਲ ਵੀ ਜਾ ਸਕਦਾ ਹੈ। ਸੋ ਸਾਡਾ ਜਿਹੜਾ ਫੈਸਲਾ ਸੀਗਾ ਸ਼੍ਰੋਮਣੀ ਅਕਾਲੀ ਦਲ ਦਾ ਇਸ ਬਿੱਲ ਨੂੰ ਵਿਰੋਧ ਕਰਨ ਦਾ, ਕਿਉਂਕਿ ਅਸੀਂ ਪਹਿਲਾਂ ਇਸ ਗੱਲ ਵਿੱਚ ਜ਼ਿਮੀਂਦਾਰ ਯੂਨੀਅਨਾਂ ਨਾਲ ਵੀ ਮੀਟਿੰਗ ਕੀਤੀ ਆ, ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕਿਹੜੇ ਕਲੌਜ਼ ਤੇ ਉਹ ਇਹਦੇ ਦੇ ਵਿਰੋਧ 'ਚ ਨੇ। ਤੇ ਉਹਨਾਂ ਨੇ 3-4 ਗੱਲਾਂ ਬੜੀਆਂ ਪ੍ਰਮੁੱਖ ਦੱਸੀਆਂ। ਪਹਿਲੀ ਗੱਲ ਉਹ ਕੰਟਰੈਕਟ ਫਾਰਮਿੰਗ ਦੇ, ਦੂਸਰੀ ਚੀਜ਼ ਉਹਨਾਂ ਨੂੰ ਇਹ ਸੀਗੀ ਕਿ ਜਿਹੜੀ ਅਸ਼ੋਰਡ ਪ੍ਰੋਕਿਉਰਮੈਂਟ ਆ ਤੇ ਜਿਹੜੀ MSP ਆ, ਇਹ 22 ਚੀਜ਼ਾਂ ਤੇ ਐਲਾਨ ਕਰ ਦਿੰਦੀ ਹੈ ਗਵਰਨਮੈਂਟ ਆਫ ਇੰਡੀਆ, ਪਰ ਐਕਸੈਪਟ ਝੋਨਾ ਤੇ ਕਣਕ ਹੈ ਜਿਹੜੀ ਹੋਰ ਕੋਈ ਖਰੀਦੀ ਨਹੀਂ ਜਾਂਦੀ। ਤੀਸਰੀ ਉਹਨਾਂ ਦੀ ਗੱਲ ਇਹ ਸੀਗੀ ਕਿ ਜਿਹੜਾ ਐਸੈਂਸ਼ੀਅਲ ਕਮੋਡਿਟੀਜ਼ ਐਕਟ 'ਚ ਤਰਮੀਮ ਕਰਕੇ ਉਹਨਾਂ ਨੇ ਭਾਵੇਂ ਉਹਦੇ 'ਚ ਕਿਸਾਨਾਂ ਨੂੰ ਵੀ ਹੋਰਡਿੰਗ ਲਈ ਇੱਕ ਤਰ੍ਹਾਂ ਦਾ ਲਾਇਸੈਂਸ ਦਿੱਤਾ ਕਿ ਉਹਦੇ 'ਚ ਇਹ ਉਹਨਾਂ ਦਾ ਫੀਅਰ ਹੈ ਤੇ ਉਹਦੇ ਵਿੱਚ ਕਾਫੀ ਵਜ਼ਨ ਵੀ ਹੈ ਕਿ ਇਹਦਾ ਫਾਇਦਾ ਮੇਨਲੀ ਵਪਾਰੀ ਲਊਗਾ। ਤੇ ਹੁਣ ਉਹਨਾਂ ਦਾ ਬੜਾ ਸਿੱਧਾ ਕੁਐਸਚਨ ਹੈ ਕਿ ਇਹ ਐਕਟ, ਜਿਵੇਂ ਪ੍ਰਧਾਨ ਮੰਤਰੀ ਮਿਸਟਰ ਮੋਦੀ ਕਹਿ ਰਹੇ ਨੇ ਕਿ ਕਿਸਾਨੀ ਦੀ ਆਮਦਨ ਦੁੱਗਣੀ ਕਰਨ ਲਈ ਸਹਾਈ ਹੋਊਗਾ, ਇਹ ਪਤਾ ਨਹੀਂ ਲੱਗ ਰਿਹਾ ਕਿ ਕਿਵੇਂ ਸਹਾਈ ਹੋਊਗਾ, ਕਿਉਂਕਿ MSP ਤੇ ਤਾਂ ਅੱਜ ਤੱਕ ਕਿਸੇ ਵਪਾਰੀ ਨੇ ਕੋਈ ਚੀਜ਼ ਖਰੀਦੀ ਨਹੀਂ ਗਈ। ਮੱਕੀ ਹੈ MSP ਤੋਂ ਅੱਧੇ ਭਾਅ ਤੇ ਵਿਕ ਰਹੀ ਹੈ, ਦਾਲਾਂ ਤੇ 75% ਆਫ ਦੀ MSP ਮਿਲ ਰਹੀ ਹੈ, ਕਪਾਹ ਤੇ ਤਕਰੀਬਨ 75 ਤੋਂ 80% ਆਫ ਦੀ MSP ਮਿਲ ਰਿਹਾ ਹੈਗਾ। ਕਿ ਇਹ ਕਿਸ ਤਰ੍ਹਾਂ ਇਹਨੂੰ ਜ਼ਿਮੀਂਦਾਰ ਦੀ ਆਮਦਨ ਨੂੰ ਦੁੱਗਣੀ ਕਰੂਗੀ ਜਾਂ ਡੂਢੀ ਕਰੂਗੀ, ਇਹ ਹਾਲੇ ਤੱਕ ਇਹ ਇਕਨੋਮਿਕਸ ਜਿਹਨੂੰ ਪ੍ਰਧਾਨ ਮੰਤਰੀ ਜੀ ਕਹਿ ਰਹੇ ਆ ਉਹ ਸਮਝ ਨਹੀਂ ਆਈ। ਸੋ ਇਸ ਕਰਕੇ ਫਿਰ ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਦੀ ਸਰਕਾਰ ਨੂੰ ਇੱਕੋ ਹੀ ਰਿਕੁਐਸਟ ਕਰੀ ਸੀਗੀ ਕਿ ਜਿਨ੍ਹਾਂ ਦੇ ਫਾਇਦੇ 'ਚ ਤੁਸੀਂ ਇਹ ਬਿੱਲ ਬਣਾ ਰਹੇ ਹੋ ਉਹ ਇਹਨੂੰ ਫਾਇਦਾ ਨਹੀਂ ਮੰਨ ਰਹੇ, ਉਹ ਸਮਝਦੇ ਆ ਕਿ ਇਹ ਸਾਡੇ ਲਈ ਸੁਸਾਈਡਲ ਹੈ, ਸਾਡੇ ਲਈ ਘਾਤਕ ਹੈ। ਤੇ ਘੱਟੋ ਘੱਟ ਉਹਨਾਂ ਨੂੰ ਤੁਸੀਂ ਇਸ ਗੱਲ ਤੇ ਜ਼ਰੂਰ ਕਨਵਿੰਸ ਕਰੋ, ਉਹਨਾਂ ਨੂੰ ਦੱਸੋ, ਉਹਨਾਂ ਨੂੰ ਕੌਨਫੀਡੈਂਸ ਦਿਲਾਓ ਕਿ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਕਨਵੇ ਕਰਕੇ ਇਹਨੂੰ ਕਰ ਸਕਦੇ ਹੋ। ਤੇ ਜਿਸ ਦਿਨ ਵੋਟਾਂ ਪੈਣੀਆਂ ਸੀਗੀਆਂ, ਸਾਡਾ ਇੱਕ ਡੈਲੀਗੇਸ਼ਨ ਲੈਡ ਬਾਈ ਸਰਦਾਰ ਸੁਖਬੀਰ ਸਿੰਘ ਬਾਦਲ ਨੱਡਾ ਸਾਹਿਬ ਨੂੰ ਵੀ ਮਿਲੇ ਸੀ ਤੇ ਅਸੀਂ ਇਹਨਾਂ ਨੂੰ ਇਹੀ ਰਿਕੁਐਸਟ ਕਰੀ ਸੀਗੀ ਕਿ ਇਹ ਤੁਸੀਂ ਆਪਣਾ ਇਹਨੂੰ ਡੈਫਰ ਕਰ ਦਿਓ ਬਿੱਲ ਨੂੰ, ਉਹਨਾਂ ਨਾਲ ਮੀਟਿੰਗਾਂ ਕਰੋ ਤੇ ਕਨਫਰੰਟੇਸ਼ਨ ਦੀ ਥਾਂ ਕੰਸੈਂਸਸ 'ਚ ਲੈ ਕੇ ਇਹ ਜੇ ਬਿੱਲ ਲਿਆਉਣਾ ਤਾਂ ਲਿਆ ਜਾਵੇ। ਪਰ ਅਨਫੋਰਚੂਨੇਟਲੀ 1.5 ਘੰਟੇ ਬਾਅਦ ਸਾਨੂੰ ਨੱਡਾ ਸਾਹਿਬ ਨੇ ਇਹ ਮੈਸੇਜ ਦਿੱਤਾ ਕਿ ਵੀ ਆਈ ਐਮ ਹੈਲਪਲੈਸ, PO ਕਹਿੰਦਾ ਨਹੀਂ ਅਸੀਂ ਬਿੱਲ ਤਾਂ ਪਾਸ ਕਰਾਉਣੇ ਆ। ਸੋ ਇਹ ਬਿਗਨਿੰਗ ਹੋਈ ਹੈ ਇਸ ਦੀ ਸਾਰੀ ਗੱਲ ਦੀ। ਅੱਛਾ, ਮੈਂ ਦੇਖਿਆ ਅਸਤੀਫੇ ਤੋਂ ਬਾਅਦ ਖਾਸ ਤੌਰ ਤੇ ਸਿਆਸਤ ਬਹੁਤ ਜ਼ਿਆਦਾ ਹੋ ਰਹੀ ਹੈ। ਜਦ ਤੋਂ ਬੀਬਾ ਬਾਦਲ ਨੇ ਅਸਤੀਫਾ ਦਿੱਤਾ ਹੈ ਉਸ ਤੋਂ ਬਾਅਦ ਵੱਖਰੇ ਤਰ੍ਹਾਂ ਦੇ ਬਿਆਨ ਆ ਰਹੇ ਸੀਗੇ। ਜੇ ਗੱਲ ਕੀਤੀ ਜਾਏ ਰੂਲਿੰਗ ਪਾਰਟੀ ਇਸ ਟਾਈਮ ਕਾਂਗਰਸ ਦੀ ਸਰਕਾਰ ਹੈ ਪੰਜਾਬ ਦੇ ਵਿੱਚ, ਕੈਪਟਨ ਅਮਰਿੰਦਰ ਸਿੰਘ ਨੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਘੇਰਿਆ, ਨਾਲ ਹੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਯੂ ਟਰਨ ਲਿਆ, ਡਰਾਮੇ ਕਰ ਰਹੀ ਹੈ। ਉਸ ਤੋਂ ਬਾਅਦ ਬੀਬਾ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਾਰ ਪਲਟਵਾਰ ਬਿਆਨਬਾਜ਼ੀ ਹੋਣੀ।
ਫਿਰ ਉਸ ਤੋਂ ਬਾਅਦ ਜਿਹੜਾ ਹੈ ਪਹਿਲਾਂ ਟਰੈਕਟਰ ਰੈਲੀ ਸ਼੍ਰੋਮਣੀ ਅਕਾਲੀ ਦਲ ਕੱਢਦਾ ਹੈ, ਉਸ ਤੋਂ ਬਾਅਦ ਹੁਣ ਕੱਲ ਰਾਹੁਲ ਗਾਂਧੀ ਪੰਜਾਬ ਦੌਰੇ ਚ ਆਉਂਦੇ ਨੇ, ਉਹ ਰੈਲੀ ਕੱਢਦੇ ਨੇ। ਆਮ ਆਦਮੀ ਪਾਰਟੀ ਲਗਾਤਾਰ ਇਹ ਕਹਿ ਰਹੀ ਹੈ ਕਿ ਅਕਾਲੀ ਤੇ ਬੀਜੇਪੀ ਪਹਿਲਾਂ ਕਹਿੰਦੇ ਸੀ ਰਲੇ ਹੋਏ ਨੇ, ਹੁਣ ਕਹਿੰਦੇ ਪਹਿਲਾਂ ਇਹ ਵੀ ਕਹਿੰਦੇ ਰਹੇ ਆ ਕਿ ਅਕਾਲੀ ਦਲ ਤੇ ਕਾਂਗਰਸ ਵੀ ਰਲੇ ਹੋਏ ਨੇ, ਫ੍ਰੈਂਡਲੀ ਮੈਚ ਖੇਡਦੇ ਨੇ। ਸੋ ਲੋਕ ਤਾਂ ਜਿੱਥੇ ਕਨਫਿਊਜ਼ ਹੈਗੇ, ਦੂਜੇ ਪਾਸੇ ਕਿਸਾਨ ਵੀ ਬੜੇ ਕਨਫਿਊਜ਼ ਹੋ ਰਹੇ ਨੇ, ਕਿਉਂਕਿ ਕਦੀ ਅੱਜ ਹੁਣ ਬੀਜੇਪੀ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਇਸ ਬਿੱਲ ਨੂੰ ਦਾ ਅਪੋਜ਼ ਕਰ ਰਹੀਆਂ ਨੇ, ਦਾ ਵਿਰੋਧ ਕਰ ਰਹੀਆਂ ਨੇ। ਪਹਿਲਾਂ ਕਿ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਇਸ ਬਿੱਲ ਦੇ ਹੱਕ ਦੇ ਵਿੱਚ ਸੀ, ਇਹਨੂੰ ਕਿਵੇਂ ਵੇਖਦੇ ਹੋ? ਦੇਖੋ, ਅਸੀਂ ਮੈਂ ਤੁਹਾਨੂੰ ਦੱਸਾਂ, ਹੱਕ 'ਚ ਬਿਲਕੁਲ ਨਹੀਂ ਸੀ ਅਸੀਂ। ਜਿਹੜੀ ਸਾਡੀ ਸਭ ਤੋਂ ਪਹਿਲੀ ਪ੍ਰੈਸ ਕਾਨਫਰੰਸ ਇਹਦੀ ਹੋਈ ਹੈ ਚੰਡੀਗੜ੍ਹ, ਸਾਡੇ ਪ੍ਰਧਾਨ ਜੀ ਨੇ ਕੀਤੀ। ਉਹਨਾਂ ਨੇ ਕਿਹਾ ਕਿ ਅਸੀਂ ਇਹਦੀਆਂ ਮੱਦਾਂ ਜਿਹੜੀਆਂ ਹੈਗੀਆਂ ਕਿਸਾਨ ਯੂਨੀਅਨ ਨਾਲ ਡਿਸਕਸ ਕਰਾਂਗੇ, ਉਹਨਾਂ ਦੀ ਆਬਜੈਕਸ਼ਨ ਪੁੱਛਾਂਗੇ। ਪਰ ਉਹਨਾਂ ਨੇ ਕਿਹਾ ਕਿ ਜੇ ਕੋਈ ਇਹ ਸਿਚੁਏਸ਼ਨ ਆਉਂਦੀ ਹੈ ਜਿੱਥੇ ਕਿਸਾਨ ਇਹਨੂੰ ਐਕਸੈਪਟ ਨਹੀਂ ਕਰਨਗੇ, ਤਾਂ ਉੱਥੇ ਸ਼੍ਰੋਮਣੀ ਅਕਾਲੀ ਦਲ ਦੀ ਬੜੀ ਕਲੀਅਰ ਅਪਰੋਚ ਹੈ ਕਿ ਅਸੀਂ ਕਿਸਾਨੀ ਦੇ ਨਾਲ ਹੈ। ਸਾਡੇ ਲਈ ਅਲਾਇੰਸ ਤੇ ਵਜ਼ੀਰੀਆਂ ਛੋਟੀਆਂ ਨੇ, ਸਾਡੇ ਲਈ ਸਿਧਾਂਤ ਉੱਪਰ ਹੈ। ਸੋ ਕਿਸੇ ਵੀ ਥਾਂ ਤੇ ਐਕਚੁਅਲੀ ਹੋਇਆ ਕੀ ਹੈ ਕਿ ਨਾ ਕਾਂਗਰਸ, ਨਾ ਆਮ ਆਦਮੀ ਪਾਰਟੀ, ਨਾ ਹੋਰ ਜਿਹੜੇ ਅਕਾਲੀ ਦਲ ਤੇ ਬੜੇ ਤੰਜ ਕੱਸਦੇ ਸੀਗੇ, ਉਹਨਾਂ ਦਾ ਖਿਆਲ ਸੀਗਾ ਕਿ ਵਜ਼ੀਰੀਆਂ ਕੌਣ ਛੱਡਦਾ ਹੁੰਦਾ, ਨਾਤੇ ਕੌਣ ਤੋੜਦਾ ਹੁੰਦਾ, ਤੇ ਉਹ ਕਹੀ ਜਾਂਦੇ ਸੀਗੇ। ਤੇ ਜਿਸ ਦਿਨ ਅਸੀਂ ਬੀਬਾ ਜੀ ਨੇ ਅਸਤੀਫਾ ਦੇਤਾ, ਪਾਰਲੀਮੈਂਟ 'ਚ ਵੋਟ ਉਲਟ ਪਾਤੀ, ਉਸ ਤੋਂ ਬਾਅਦ ਚੀਫ ਮਿਨਿਸਟਰ ਸਾਹਿਬ ਕਹਿੰਦੇ ਇਟਸ ਟੂ ਲਿਟਲ ਐਂਡ ਟੂ ਲੇਟ। ਤੇ ਆਪਣਾ ਭਗਵੰਤ ਮਾਨ ਜੀ ਕਹਿੰਦੇ ਆ ਕਿ ਇਹ ਇੱਕ ਡਰਾਮਾ ਰਚਿਆ ਗਿਆ। ਮੈਂ ਕਹਿੰਦਾ ਡਰਾਮਾ, ਜੇ ਕਿਤੇ ਪਹਿਲੀਆਂ ਜਿਹੜੇ ਲੋਕ ਪਾਵਰ ਵਿੱਚ ਸੀਗੇ ਕਾਂਗਰਸ ਵੇਲੇ, ਸੈਂਟਰ 'ਚ ਨੁਮਾਇੰਦਗੀ ਕਰਦੇ ਸੀ ਪੰਜਾਬ ਦੀ, ਜੇ ਇਹਨੂੰ ਡਰਾਮਾ ਹੀ ਕਿਹਾ ਜਾਵੇ, ਜੇ ਉਹਨਾਂ ਨੇ ਡਰਾਮਾ ਪੰਜਾਬੀ ਸੂਬੇ ਵੇਲੇ ਰਚਿਆ ਹੁੰਦਾ, ਜਾਂ ਹਰਮੰਦਰ ਸਾਹਿਬ ਤੇ ਹੋਏ ਹਮਲੇ ਵੇਲੇ ਰਚਿਆ ਹੁੰਦਾ, ਜਾਂ ਦਿੱਲੀ ਦੇ ਵਿੱਚ ਜਦ ਕਤਲੇਆਮ ਸ਼ੁਰੂ ਹੋਇਆ ਸੀ ਉਦੋਂ ਰਚਿਆ ਹੁੰਦਾ, ਕਾਂਗਰਸ ਦੇ ਵਜ਼ੀਰਾਂ ਨੇ ਸੱਤਾ ਦਾ ਆਨੰਦ ਛੱਡ ਕੇ ਤੇ ਪੰਜਾਬ ਦੇ ਨਾਲ ਖੜਦੇ, ਤਾਂ ਸ਼ਾਇਦ ਇੰਨਾ ਨੁਕਸਾਨ ਨਾ ਹੁੰਦਾ। ਦੇਖੋ, ਇਸ ਨੂੰ ਅਸੀਂ ਸਮਝਦੇ ਹਾਂ, ਇਹਨੂੰ ਸੈਕਰੀਫਾਈਸ ਨਹੀਂ ਸਮਝਦੇ, ਅਸੀਂ ਆਪਣੀ ਡਿਊਟੀ ਨਿਭਾਉਣ ਵਿੱਚ ਅਸੀਂ ਸਾਰਿਆਂ ਕੀ ਸਮਰੱਥ ਰਹੇ। ਤੇ ਇਸ ਕਰਕੇ ਇਸ ਗੱਲ ਵਿੱਚ ਕੋਈ ਕਨਫਿਊਜ਼ਨ ਨਹੀਂ ਗਈ ਕਿ ਇਹ ਅਸਤੀਫੇ ਨੇ ਇੱਕ ਹਿਸਟਰੀ ਕ੍ਰੀਏਟ ਕਰਤੀ ਹੈ। ਪਹਿਲੀ ਵਾਰ ਪੰਜਾਬ ਦੇ ਪੋਲੀਟੀਕਲ ਲਾਈਫ ਵਿੱਚ, ਪਬਲਿਕ ਲਾਈਫ ਵਿੱਚ ਪੰਜਾਬ ਦਾ ਨੁਮਾਇੰਦਾ ਸੀ ਜਿਹਨੇ ਪੰਜਾਬ ਦੇ ਹਿੱਤਾਂ ਲਈ ਸੈਂਟਰ ਵਿੱਚੋਂ ਅਸਤੀਫੇ ਦਿੱਤੇ। ਕਾਂਗਰਸ ਵਿੱਚ ਆਊਟਸਾਈਡ ਪੰਜਾਬ ਬੜੇ ਲੋਕਾਂ ਦੇ ਇਹੋ ਜਿਹੇ ਰੈਫਰੈਂਸ ਆ। ਮੈਂ ਤੁਹਾਨੂੰ ਦੱਸਦਾ, ਨਹਿਰੂ ਦੀ ਕੈਬਨਿਟ 'ਚ ਮਿਸਟਰ ਸੁਬਰਾਮਨੀਅਮ ਸੀਗੇ ਫਾਈਨੈਂਸ ਮਿਨਿਸਟਰ। ਮੈਂ ਮਦਰਾਸ ਨੂੰ, ਉਦੋਂ ਤਾਮਿਲਨਾਡੂ ਨਹੀਂ ਸੀ ਕਹਿੰਦੇ, ਮਦਰਾਸ ਨੂੰ ਰਿਪਰੈਜ਼ੈਂਟ ਕਰਦੇ ਸੀ। ਤੇ ਉਹ ਜਿਸ ਦਿਨ ਮਦਰਾਸ ਗਏ ਵੀਕਐਂਡ ਤੇ, ਤਾਂ ਆਲ ਆਫ ਸਡਨ ਦਿੱਲੀੋਂ ਅਨਾਊਂਸਮੈਂਟ ਆ ਗਈ ਕਿ ਆਪਣਾ ਹਿੰਦੀ ਦੀ ਨਿਊਜ਼ ਹੈ ਜਿਹੜੀਆਂ, ਉਹ ਮਦਰਾਸ 'ਚ ਵੀ ਰਿਲੇ ਕੀਤੀਆਂ ਜਾਣਗੀਆਂ ਸ਼ਾਮ ਨੂੰ 8 ਵਜੇ ਵਾਲੀਆਂ। ਤੇ ਹੀ ਸੈਂਟ ਇਨ ਹਿਜ਼ ਰੈਜ਼ੀਗਨੇਸ਼ਨ, ਉਹਨਾਂ ਨੇ ਆਪਣਾ ਅਸਤੀਫਾ ਮਦਰਾਸ ਤੋਂ ਭੇਜਤਾ ਉਸ ਫੈਸਲੇ ਨੂੰ। ਮੈਂ ਸਮਝਦਾ ਕਿ ਪੰਜਾਬ ਜਿਸ ਗੱਲੋਂ ਪਛੜਦਾ ਰਿਹਾ ਸੀਗਾ, ਉਸ ਲਈ ਆਪਣਾ ਪਹਿਲ ਕਰਕੇ ਬੀਬਾ ਹਰਸਿਮਰਤ ਨੇ ਇੱਕ ਹਿਸਟਰੀ ਕ੍ਰੀਏਟ ਕਰਤੀ ਹੈ ਕਿ ਨਹੀਂ, ਪੰਜਾਬੀ ਵੀ ਆਪਣੇ ਹੱਕਾਂ ਲਈ ਲੜਨਾ ਜਾਣਦੇ ਆ। ਤੁਸੀਂ ਕਹਿੰਦੇ ਹੋ ਬੀਬਾ ਬਾਦਲ ਨੇ ਹਿਸਟਰੀ ਕ੍ਰੀਏਟ ਕੀਤੀ, ਦੂਜੇ ਪਾਸੇ ਰੀਸੈਂਟ ਬਿਆਨ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਹ ਆਉਂਦਾ, ਉਹ ਕਹਿੰਦੇ ਨੇ ਕਿ ਹਰਦੀਪ ਪੁਰੀ ਨੇ ਜਿਹੜੀ ਹੁਣੇ ਰੀਸੈਂਟ ਪ੍ਰੈਸ ਕਾਨਫਰੰਸ ਕੀਤੀ ਹੈ, ਉਹਦੇ ਵਿੱਚ ਉਹਨਾਂ ਨੇ ਸਾਫ਼ ਕੀਤਾ ਕਿ ਜਿਹੜੇ ਮੰਤਰੀ ਮੰਡਲ ਦੇ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਵੀ ਮੌਜੂਦ ਸੀ। ਤੇ ਕਿਤੇ ਨਾ ਕਿਤੇ ਕਹਿੰਦੇ ਇਹ ਚੀਜ਼ ਸਾਫ਼ ਜ਼ਾਹਿਰ ਹੁੰਦੀ ਹੈ ਕਿ ਇਹ ਉਦੋਂ ਮੌਜੂਦ ਸੀ, ਉਦੋਂ ਇਹਨਾਂ ਨੇ ਅਪੋਜ਼ ਨਹੀਂ ਕੀਤਾ। ਇਸ ਨੂੰ ਕਿਵੇਂ ਵੇਖਦੇ ਹੋ? ਦੇਖੋ, ਇਹਦੇ ਲਈ ਮਨਪ੍ਰੀਤ ਬੜਾ ਰਿਕਾਰਡ ਅਵੇਲੇਬਲ ਆ, ਉਹਨਾਂ ਕੋਲ ਕੈਬਨਿਟ ਆ। ਅਸੀਂ ਤਾਂ ਜੇ ਉਹਨੂੰ ਕਿਸੇ ਤਰ੍ਹਾਂ ਪਬਲਿਕ ਕਰਾਂਗੇ ਤਾਂ ਸੀਕ੍ਰੇਸੀ ਐਕਟ ਦੀ ਵਾਇਲੇਸ਼ਨ ਹੈ। ਉਹ ਦਿਖਾ ਜਿਹੜਾ ਇਸ ਫਾਈਲ ਤੇ ਮੈਡਮ ਹਰਸਿਮਰਤ ਕੌਰ ਦਾ ਨੋਟ ਹੈ, ਕਿ ਉਹਦੇ ਵਿੱਚ ਇਹ ਗੱਲ ਨਹੀਂ ਲਿਖੀ ਹੋਈ ਕਿ ਇਹਦੇ ਵਿੱਚ ਇਹਨੂੰ ਲਾਗੂ ਕਰਨ ਤੋਂ ਪਹਿਲਾਂ ਸਟੇਕ ਹੋਲਡਰਸ ਨੂੰ ਕੌਨਫੀਡੈਂਸ ਵਿੱਚ ਲਿਆ ਜਾਵੇ ਤਾਂ ਕਿ ਉਹ ਇਹਦੇ ਨਾਲ ਸਹਿਮਤ ਹੋਣ। ਜੇ ਉਹ ਇਹ ਗੱਲ ਕਹਿ ਦੇਣ, ਦਿਖਾ ਦੇਣ, ਹੁਣ ਤੁਸੀਂ ਦੱਸੋ, ਉਹਨਾਂ ਨੇ ਕਿਹਾ ਕਿ ਬੀਬਾ ਹਰਸਿਮਰਤ ਨੇ ਅਪੋਜ਼ ਨਹੀਂ ਕੀਤਾ। ਪੁਰੀ ਦਾ ਬਿਆਨ ਜਿਹੜਾ ਹੈਗਾ ਕਿੰਨਾ ਵੈਲ ਗਾਰਡਡ ਆ ਕਿ ਉਹਨੇ ਇਹ ਨਹੀਂ ਲਿਖਿਆ ਸਪੋਰਟ ਕੀਤਾ ਸੀ। ਦੇਖੋ, ਉਹਨੂੰ ਵੀ ਪੁੱਟ ਕਰਨ ਦਾ ਤਰੀਕਾ ਪੋਲਿਟਿਕਸ 'ਚ ਕਰਤਾ, ਕਿਉਂਕਿ ਜਦ ਉਹਨਾਂ ਨੇ ਕਹਿਤਾ ਕਿ ਸਟੇਕ ਹੋਲਡਰਸ ਨੂੰ ਕੌਨਫੀਡੈਂਸ ਲਾਓ, ਅਸੀਂ ਸਮਝਦੇ ਉਹਨੂੰ ਅਪੋਜ਼ ਕੀਤਾ, ਉਹ ਸਮਝਦਾ ਕਿ ਇਹਨੂੰ ਅਪੋਜ਼ ਨਹੀਂ ਕੀਤਾ, ਸਪੋਰਟ ਵੀ ਨਹੀਂ ਕੀਤਾ। ਸੋ ਦੂਸਰੀ ਗੱਲ ਇਹ ਹੈ ਕਿ ਜਦ ਉਹ ਬਿੱਲ ਆਰਡੀਨੈਂਸ ਲਾਅ ਬਣਨਾ ਸੀ, ਲੋਕ ਸਭਾ 'ਚ ਆਇਆ, ਤੇ ਦੈਟ ਵਾਸ ਦੀ ਰਾਈਟ ਅਪਰਚੁਨਿਟੀ ਫॉर ਦੀ ਪਾਰਟੀ ਟੂ ਰਜਿਸਟਰ ਆਪਣਾ ਪ੍ਰੋਟੈਸਟ, ਤੇ ਉਹਦਾ ਪ੍ਰੋਟੈਸਟ ਰਜਿਸਟਰ ਕੀਤਾ ਗਿਆ। ਐਂਡ
ਇੱਕ ਉਹ ਪਾਰਟੀ ਜਿਹਦੇ 2 ਲੋਕ ਸਭਾ 'ਚ ਤੇ 3 ਰਾਜ ਸਭਾ 'ਚ ਮੈਂਬਰ ਹੈ, ਉਹ ਤਾਂ ਵਿਪ ਜਾਰੀ ਕਰਦੀ ਹੈ ਆਪਣੇ ਮੈਂਬਰਾਂ ਨੂੰ ਕਿ ਇਹਨੂੰ ਅਪੋਜ਼ ਕਰੋ। ਕਾਂਗਰਸ ਜਿਹੜੀ ਸੜਕਾਂ ਤੇ ਰੌਲਾ ਪਾ ਰਹੀ ਹੈ, ਆਮ ਆਦਮੀ ਪਾਰਟੀ ਜਿਹੜੀ ਸੜਕਾਂ ਤੇ ਰੌਲਾ ਪਾ ਰਹੀ ਹੈ, ਇੱਕ ਕ੍ਰੋਕੋਡਾਈਲ ਟੀਅਰ ਮਗਰਮੱਛ ਦੇ ਹੰਝੂ ਬੁਲਾ ਰਹੀ ਹੈ, ਉਹਨਾਂ ਨੇ ਲੋਕ ਸਭਾ 'ਚ ਦੋਨਾਂ ਪਾਰਟੀਆਂ ਨੇ ਵਿਪ ਜਾਰੀ ਨਹੀਂ ਕੀਤਾ ਕਿ ਇਹਦੇ ਉਲਟ ਵੋਟ ਪਾਓ, ਵਾਕ ਆਊਟ ਕਰਦੇ ਰਹੇ ਆ। ਐਂਡ ਮੈਂ ਇੱਕ ਇੱਥੇ ਗੱਲ ਤੁਹਾਨੂੰ ਬਹੁਤ ਸਪਸ਼ਟ ਕਹਿਣੀ ਚਾਹੁੰਦਾ, ਜਦ ਅਸੀਂ ਕਿਸਾਨ ਯੂਨੀਅਨਾਂ ਨਾਲ ਮੀਟਿੰਗ ਕੀਤੀ, ਉਹਨਾਂ 2 ਮੀਟਿੰਗਾਂ 'ਚ ਮੈਂ ਵੀ ਹਾਜ਼ਰ ਸੀ ਜ਼ਾਤੀ ਤੌਰ ਤੇ। ਮੈਂ ਉਸ ਉਹੀ ਮੇਰਾ ਅਗਲਾ ਸਵਾਲ ਹੈ। ਬਲਬੀਰ ਸਿੰਘ ਰਾਜੋਵਾਲ, ਮੈਨੂੰ ਲੱਗਦਾ ਫਰਵਰੀ ਦਾ ਮਹੀਨਾ ਸੀ ਜਦ ਉਹਨਾਂ ਨੇ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਬੁਲਾਏ ਸੀ। ਮੈਂ ਉੱਥੋਂ ਨਹੀਂ ਉਦੋਂ ਨਹੀਂ, ਅਸੀਂ ਮੈਂ ਗੱਲ ਕਰਦਾ ਜੀ ਮਈ ਦੇ, ਮੈਂ ਗੱਲ ਕਰਦਾ ਮੈਂ ਫਰਵਰੀ ਤੋਂ ਲੈ ਕੇ ਜੂਨ ਜੁਲਾਈ ਤੱਕ ਆ ਰਹੀ ਹਾਂ। ਉਸ ਮੀਟਿੰਗ ਦੇ ਵਿੱਚ ਭੁੰਦੜ ਸਾਹਿਬ ਤੇ ਡਾਕਟਰ ਦਲਜੀਤ ਚੀਮਾ ਵੀ ਗਏ ਸੀ ਤੇ ਹੋਰ ਵੀ ਤੁਹਾਡੇ ਅਕਾਲੀ ਦਲ ਵੱਲੋਂ ਸੀਨੀਅਰ ਆਗੂ ਗਏ ਸੀ। ਤੁਹਾਡੀ ਅਕਾਲੀ ਦਲ ਦੀ ਗੱਲ ਕਰ ਰਹੇ ਹਾਂ, ਬਾਕੀ ਪਾਰਟੀਆਂ ਨੂੰ ਛੱਡ ਕੇ। ਤੇ ਉਦੋਂ ਇਹਨਾਂ ਨੇ ਇਹ ਵਿਸ਼ਵਾਸ ਦਿਵਾਇਆ ਸੀਗਾ ਡਾਕਟਰ ਦਲਜੀਤ ਚੀਮਾ ਤੇ ਭੁੰਦੜ ਸਾਹਿਬ ਤੇ ਉਹਨਾਂ ਦੇ ਨਾਲ ਜਿੰਨੇ ਵੀ ਸੀਨੀਅਰ ਆਗੂ ਸੀ ਅਕਾਲੀ ਦਲ ਵੱਲੋਂ, ਉਹਨਾਂ ਨੇ ਇਹ ਕਿਹਾ ਸੀਗਾ ਕਿ ਤੁਸੀਂ, ਤੁਹਾਡੇ ਨਾਲ ਅਸੀਂ ਖੜੇ ਹਾਂ, ਤੁਸੀਂ ਤੁਹਾਡੇ ਕਿਸਾਨ ਅੰਦੋਲਨ ਦੇ ਨਾਲ, ਅਸੀਂ ਅੱਗੇ ਮੂਰੇ ਹੋ ਕੇ ਤੁਹਾਡੇ ਨਾਲ ਤੁਹਾਡੀ ਆਵਾਜ਼ ਬੁਲੰਦ ਕਰਾਂਗੇ। ਪਰ ਜਦੋਂ ਇਹ ਸ਼ੁਰੂ ਹੁੰਦਾ, ਜਦ ਉਹ ਪ੍ਰਦਰਸ਼ਨ ਸ਼ੁਰੂ ਕਰਦੇ ਨੇ, ਪ੍ਰੋਟੈਸਟ ਐਜੀਟੇਸ਼ਨ ਸ਼ੁਰੂ ਹੁੰਦਾ, ਤਾਂ ਕਿਤੇ ਨਾ ਕਿਤੇ ਉਦੋਂ, ਕਿਉਂਕਿ ਤੁਸੀਂ ਬੀਜੇਪੀ ਦਾ ਐਨਡੀਏ ਦਾ ਹਿੱਸਾ ਸੀਗੇ, ਤਾਂ ਉਸ ਤਰ੍ਹਾਂ ਖੁੱਲ ਕੇ ਨਹੀਂ ਆਏ। ਇਹ ਅਸੀਂ ਸਮਝ ਸਕਦੇ ਹਾਂ ਕਿਤੇ ਨਾ ਕਿਤੇ ਸਿਆਸੀ ਮਜਬੂਰੀ ਵੀ ਸਮਝ ਸਕਦੇ ਹਾਂ ਉਹਨਾਂ ਦੀ ਰਹੀ ਹੋਣੀ ਕਿ ਉਹ ਖੁੱਲ ਕੇ ਉਵੇਂ ਆ ਕੇ ਉਹਨਾਂ ਦੇ ਨਾਲ ਨਹੀਂ ਖੜੇ। ਔਰ ਇਹੀ ਨਾਰਾਜ਼ਗੀ ਅੱਜ ਕਿਸਾਨ ਜਥੇਬੰਦੀਆਂ ਨੂੰ ਹੈਗੀ ਆ, ਸਾਰੀਆਂ ਪਾਰਟੀਆਂ ਤੋਂ ਕਿਤੇ ਨਾ ਕਿਤੇ ਉਹ ਨਿਰਾਸ਼ ਨੇ। ਕੁੱਲ ਮਿਲਾ ਕੇ ਉਹਨਾਂ ਦਾ ਇਹ ਕਹਿਣਾ ਕਿ ਸਾਡੇ ਇਸ ਅੰਦੋਲਨ ਦੇ ਵਿੱਚ, ਸਾਡੇ ਇਸ ਪ੍ਰਦਰਸ਼ਨ ਦੇ ਵਿੱਚ ਸਾਨੂੰ ਕਿਸੇ ਵੀ ਪੋਲੀਟੀਕਲ ਪਾਰਟੀ ਦੀ ਲੋੜ ਨਹੀਂ ਹੈ। ਉਸ ਤੋਂ ਬਾਅਦ ਜੁਲਾਈ ਮਹੀਨੇ ਦੇ ਵਿੱਚ ਵੀ ਉਹਨਾਂ ਦੀ ਇੱਕ ਮੀਟਿੰਗ ਸੁਖਬੀਰ ਸਿੰਘ ਬਾਦਲ ਨਾਲ ਹੁੰਦੀ ਹੈ। ਫਿਰ ਉਸ ਤੋਂ ਬਾਅਦ ਇੱਕ ਹੋਰ ਮੀਟਿੰਗ ਲਈ ਜਦ ਸੁਖਬੀਰ ਸਿੰਘ ਬਾਦਲ ਉਹਨੂੰ ਸੱਦੇ ਤੋਂ ਕਹਿੰਦੇ ਉਹ ਉਹਨਾਂ ਦੀ ਮੀਟਿੰਗ ਤੋਂ ਬਹੁਤੇ ਸੰਤੁਸ਼ਟ ਨਹੀਂ ਸੀ, ਕਿਉਂਕਿ ਉਹਨਾਂ ਦਾ ਇਹ ਕਹਿਣਾ ਹੈ, ਮੈਂ ਬਲਬੀਰ ਸਿੰਘ ਰਾਜੋਵਾਲ ਦਾ ਸਪੈਸ਼ਲੀ ਜ਼ਿਕਰ ਕਰ ਰਹੀ, ਉਹਨਾਂ ਦਾ ਇਹ ਕਹਿਣਾ ਹੈ ਕਿ ਜਦ ਮੈਂ ਬਾਹਰ ਆਇਆ ਸੀ ਤੁਹਾਡੇ ਅਕਾਲੀ ਦਲ ਦਫ਼ਤਰ ਤੋਂ, ਤੇ ਉਸ ਟਾਈਮ ਉਹਨਾਂ ਨੇ ਇਸ ਮੁੱਦੇ ਨੂੰ ਥੋੜਾ ਹਲਕੇ 'ਚ ਲਿਆ ਸੀਗਾ। ਤੇ ਕਹਿੰਦੇ ਮੈਂ ਬਹੁਤ ਕਲੀਅਰ ਕੱਟ ਸੁਖਬੀਰ ਸਿੰਘ ਬਾਦਲ ਨੂੰ ਜੁਲਾਈ 'ਚ ਕਿਹਾ ਆਇਆ ਸੀ ਕਿ ਤੁਸੀਂ ਜਾਂ ਤਾਂ ਕੁਰਸੀ ਚੁਣ ਲਓ ਤੇ ਜਾਂ ਫਿਰ ਕਿਸਾਨਾਂ ਨੂੰ ਚੁਣ ਲਓ। ਤੇ ਕਹਿੰਦੇ ਉਹਨਾਂ ਨੇ 4 ਮਹੀਨੇ ਸਾਡੀ ਦੇਖਰੇਖ ਨਹੀਂ ਕੀਤੀ ਇਸ ਮੁੱਦੇ ਨੂੰ ਲੈ ਕੇ। ਉਸ ਤੋਂ ਬਾਅਦ ਜਦ ਪਾਣੀ ਸਿਰੋਂ ਟੱਪ ਗਿਆ, ਜਦ ਕਿਤੇ ਨਾ ਕਿਤੇ ਅਸੀਂ ਆਪਣੇ ਅੰਦੋਲਨ ਦੇ ਵਿੱਚ ਕਿਸੇ ਹੱਦ ਤੱਕ ਕਾਮਯਾਬ ਹੋਏ, ਤਾਂ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਨੇ ਜਿਹੜਾ ਹੈ ਯੂ ਟਰਨ ਲਿੱਤਾ ਤੇ ਇਸ ਤਰ੍ਹਾਂ ਉਸ ਤੋਂ ਬਾਅਦ ਅਸਤੀਫਾ ਦਿੱਤਾ। ਤੇ ਉਸ ਤੋਂ ਬਾਅਦ ਜਦ ਪ੍ਰੈਸ਼ਰ ਬਹੁਤ ਜ਼ਿਆਦਾ ਬਿਲਡ ਹੋ ਗਿਆ ਤੇ ਅਕਾਲੀ ਦਲ ਜਿਹੜਾ ਹੈ ਬੀਜੇਪੀ ਦੇ ਨਾਲ ਆਪਣਾ ਗੱਠਜੋੜ ਤੋੜਿਆ। ਇਹਨੂੰ ਕਿਵੇਂ ਵੇਖਦੇ ਹੋ? ਨਹੀਂ, ਇਹ ਮੈਂ ਥੋੜਾ ਦੱਸਾਂ, ਇਹਦੇ 'ਚ ਤੱਥ ਥੋੜੇ ਜਿਹੇ ਇਸ ਤਰ੍ਹਾਂ ਨਹੀਂ ਗਏ। ਤੱਥ ਇਸ ਤਰ੍ਹਾਂ ਨੇ ਕਿ ਫਰਵਰੀ ਵਾਲੀ ਮੀਟਿੰਗ ਜਿਹੜੀ ਹੋਈ ਸੀਗੀ, ਉਹਦੇ 'ਚ ਇਸ਼ੂ ਵਾਟਰ ਸੀਗੇ, ਇਹ ਆਰਡੀਨੈਂਸਸ ਹੈ ਹੀ ਨਹੀਂ ਸੀਗੇ, ਕਿਉਂਕਿ ਇਹ ਤਾਂ ਮੇਅ 'ਚ ਆਏ ਨੇ। ਤੇ ਉਦੋਂ ਪਾਣੀਆਂ ਦੇ ਇਸ਼ੂ ਤੇ ਅਸੀਂ ਕਿਹਾ ਸੀਗਾ ਕਿ ਸ਼੍ਰੋਮਣੀ ਅਕਾਲੀ ਦਲ ਕਮਿਟਡ ਆ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ, ਤੇ ਅਸੀਂ ਕਿਸਾਨ ਜਥੇਬੰਦੀ ਹੈ ਜਿਹੜੀ, ਉਹ ਜਿਹੜਾ ਵੀ ਇਸ ਗੱਲ 'ਚ ਸਟੈਪ ਲਊਗੀ, ਅਸੀਂ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ। ਨਾਲ ਅਸੀਂ ਉਹਨਾਂ ਨੂੰ ਇੱਕ ਹੋਰ ਵੀ ਗੱਲ ਕਹੀ ਸੀਗੀ ਕਿ ਤੁਹਾਡੇ ਲਈ ਵੀ ਇਹ ਬਿਹਤਰ ਹੋਏਗਾ ਕਿ ਜਿੰਨੀਆਂ ਕਿਸਾਨ ਯੂਨੀਅਨਾਂ ਹੈਗੀਆਂ ਨੇ, ਉਹ ਇਸ ਲੜਾਈ ਵਿੱਢਣ ਲੱਗੇ ਆਪਣਾ ਇੱਕ ਕਾਮਨ ਫਰੰਟ ਬਣਾ ਕੇ ਲੜਨ, ਤਾਂ ਕਿ ਇੰਨੀ ਗਿਣਤੀ ਜਥੇਬੰਦੀਆਂ ਦੀ ਨਾ ਲੱਗੇ। ਜਦ ਉਸ ਤੋਂ ਬਾਅਦ ਆਰਡੀਨੈਂਸ ਤੋਂ ਬਾਅਦ ਸਾਡੀਆਂ ਸਾਰੇ ਜਥੇਬੰਦੀਆਂ ਨਾਲ ਮੀਟਿੰਗ ਹੋਈਆਂ, ਬੜੀ ਖੁੱਲ੍ਹ ਕੇ ਮੀਟਿੰਗਾਂ ਹੋਈਆਂ, ਤੇ ਅਸੀਂ ਉਹਨਾਂ ਨੂੰ ਇਹ ਵੀ ਪੁੱਛਿਆ ਕਿ ਜੇ ਪਾਰਲੀਮੈਂਟ 'ਚ ਬਿੱਲ ਬਣਨ ਲਈ ਆਉਂਦੇ ਆ ਤੇ ਅਸੀਂ ਉੱਥੋਂ ਅਬਸਟੇਨ ਕਰ ਜਾਈਏ, ਇਹ ਤੁਹਾਡਾ ਪਰਪਸ ਸਰਵ ਕਰਦੇ ਆ। ਤੇ ਇਹਨਾਂ ਦਾ ਬੜਾ ਇੱਕ ਗੱਲ ਵਿੱਚ ਸਪਸ਼ਟ ਜਵਾਬ ਸੀਗਾ ਕਿਸਾਨ ਜਥੇਬੰਦੀਆਂ ਦਾ, ਕਿਉਂਕਿ ਮਿਲੇ ਤਾਂ ਕੱਲਿਆਂ ਨੂੰ ਕਿਸੇ 2 ਜਥੇਬੰਦੀਆਂ ਇਕੱਠੇ ਮਿਲੇ, ਕਿਸੇ ਨੂੰ 1 ਨੂੰ ਮਿਲੇ, ਕਿਸੇ ਨੂੰ 3, ਪਰ ਮਿਲੇ ਸਾਰਿਆਂ ਨੂੰ। ਤੇ ਇਹਨਾਂ ਦਾ ਬੜਾ ਸਪਸ਼ਟ ਸੀਗਾ ਕਿ ਜਿਹੜਾ ਬੰਦਾ ਉੱਥੋਂ ਵਾਕ ਆਊਟ ਕਰਕੇ ਬਾਹਰ ਆਊਗਾ, ਵੋਟ ਉਲਟ ਨਹੀਂ ਪਾਊਗਾ, ਅਸੀਂ ਸਮਝਾਂਗੇ ਕਿ ਉਹ ਬਿੱਲ ਦੀ ਹਮਾਇਤ ਕਰਦਾ ਹੈ। ਅਸੀਂ ਉਹਨਾਂ ਨੂੰ ਵਚਨ ਦਿੱਤਾ ਸੀਗਾ ਕਿ ਜੇ ਇਹ ਤੁਹਾਡੀ ਅਪਰੋਚ ਹੈ, ਅਸੀਂ ਵਿਰੋਧ ਕਰਾਂਗੇ, ਅਸੀਂ ਵਿੱਚ ਬੈਠ ਕੇ ਕਰਾਂਗੇ, ਤੇ ਅਸੀਂ ਕੁਰਸੀ ਨੂੰ ਵੀ ਲੱਤ ਮਾਰਾਂਗੇ ਤੇ ਅਲਾਇੰਸ ਨੂੰ ਵੀ ਲੱਤ ਮਾਰਾਂਗੇ। ਪਰ ਹੁਣ ਇੱਕ ਗੱਲ ਜ਼ਰੂਰ ਉਹਨਾਂ ਨੂੰ ਸੋਚਣੀ ਪਊਗੀ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਵਾਕਆਊਟ ਕਰਿਆ ਹੀ, ਫਿਰ ਹੁਣ ਉਹ ਪੰਜਾਬ 'ਚ ਰੌਲਾ ਕਿਸ ਗੱਲ ਦਾ ਪਾਉਂਦੇ ਨੇ? ਜਦ ਉੱਥੇ ਬਿੱਲ ਤੇ ਵਾਕਆਊਟ ਕਰਿਆ, ਜਦ ਇਹ ਜਥੇਬੰਦੀਆਂ ਦੀ, ਕਿਸਾਨ ਜਥੇਬੰਦੀਆਂ ਦੀ ਸਾਡੇ ਨਾਲ ਜਦ ਗੁਫ਼ਤਗੂ ਹੋਈ ਹੈ, ਗੱਲਬਾਤ ਹੋਈ ਹੈ, ਉਹਨਾਂ ਦੀ ਇਹ ਬੜੀ ਸਪਸ਼ਟ ਮੰਗ ਸੀ ਕਿ ਜਿਹਨੇ ਕਰਨਾ ਇਹਨੂੰ ਨੰਗਾ ਚਿੱਟਾ ਹੋ ਕੇ ਅਪੋਜ਼ ਕਰੇ। ਜੇ ਤੁਸੀਂ ਵਾਕਆਊਟ ਕਰਕੇ ਉੱਥੋਂ ਅਬਸਟੇਨ ਕਰਦੇ ਹੋ ਤਾਂ ਇਹਦਾ ਮਤਲਬ ਤੁਸੀਂ ਸਰਕਾਰ ਦੀ ਇਨਡਾਇਰੈਕਟਲੀ ਮਦਦ ਕਰਦੇ ਹੋ। ਸੋ ਇਸ ਗੱਲ ਤੇ ਅਕਾਲੀ ਦਲ 100% ਖਰਾ ਉਤਰਿਆ। ਤੁਸੀਂ ਇਸ ਗੱਲ ਨਾਲ ਸਹਿਮਤ ਹੋ? ਕਿਤੇ ਨਾ ਕਿਤੇ ਰਾਜਨੀਤੀ, ਕਾਫੀ ਜ਼ਿਆਦਾ ਰਾਜਨੀਤੀ ਇਸ ਮੁੱਦੇ ਤੇ ਹੋ ਰਹੀ ਹੈ, ਇਸ ਗੱਲ ਨਾਲ ਸਹਿਮਤ ਹੋ? ਦੇਖੋ,
ਰਾਜਨੀਤੀ ਤਾਂ ਮਨਪ੍ਰੀਤ ਜੀ ਹੁੰਦੀ ਆ ਇਨ ਵਨ ਵਰਡ ਹਾਏ ਹਾਏ ਨਾ ਸੱਤਾ ਹਥਿਆਉਣ ਲਈ। ਅਕਾਲੀ ਦਲ ਨੇ ਤਾਂ ਸੱਤਾ ਨੂੰ ਲੱਤ ਮਾਰੀ ਹੈ। ਕਾਂਗਰਸ ਤੇ ਆਮ ਆਦਮੀ ਪਾਰਟੀ ਰਾਜਨੀਤੀ ਕਰ ਰਹੀ ਹੈ। ਉਹ ਦੋ ਕਾਰਨ ਹੈ, ਬੜੇ ਸਪੈਸੀਫਿਕ ਕਾਰਨ ਹੈ। ਇੱਕ, ਕਾਂਗਰਸ ਦੇ ਕਿਸੇ ਵੀ ਨੈਸ਼ਨਲ ਲੀਡਰ ਨੇ ਇਸ ਡਿਬੇਟ ਵਿੱਚ ਪਾਰਲੀਮੈਂਟ 'ਚ ਹਿੱਸਾ ਨਹੀਂ ਲਿਆ। ਦੂਸਰੀ ਗੱਲ, ਕਾਂਗਰਸ ਦਾ ਇੱਥੇ ਕੋਈ ਲੀਡਰ ਕੁਛ ਕਹੀ ਜਾਵੇ, ਬੀਬਾ ਹਰਸਿਮਰਤ ਦੇ ਅਸਤੀਫੇ ਨੂੰ ਜਿਹਨੇ ਪਾਰਲੀਮੈਂਟ ਦੀਆਂ ਪ੍ਰੋਸੀਡਿੰਗ ਵਾਚ ਕੀਤੀਆਂ, ਜਿਹੜਾ ਇਹਨਾਂ ਦਾ ਵੈਸਟ ਬੰਗਾਲ ਦਾ ਫਲੋਰ ਲੀਡਰ ਆ ਲੋਕ ਸਭਾ ਦਾ, ਉਹਨੇ ਔਨ ਰਿਕਾਰਡ ਹੈ, ਜਿਹੜਾ ਟੈਲੀਵਿਜ਼ਨ ਤੇ ਲੋਕ ਸਭਾ ਦਰਸ਼ਨ ਤੇ ਦੇਖਿਆ ਗਿਆ, ਕਿ ਆਈ ਕੰਗ੍ਰੈਚੁਲੇਟ ਮੈਡਮ ਹਰਸਿਮਰਤ ਫॉर her daring and glaring decision to vote against the bill and quit the government। ਇਹ ਕਾਂਗਰਸ ਦੇ ਫਲੋਰ ਲੀਡਰ ਨੇ ਉੱਥੇ ਐਪਰੀਸ਼ੀਏਟ ਕੀਤਾ। ਹੁਣ ਇਹ ਥੱਲੇ ਵਾਲੇ ਜੋ ਕਹੀ ਜਾਣ ਮਰਜੀ। ਆਮ ਆਦਮੀ ਪਾਰਟੀ ਲੋਕ ਸਭਾ ਜੋ ਵਾਕਆਊਟ ਕਰਿਆ ਜੀ, ਚਾਹੀਦਾ ਕੀ ਸੀਗਾ ਕਿ ਇਹਨਾਂ ਨੂੰ ਭਾਵੇਂ ਵੋਟ ਇੱਕ ਪਵੇ ਭਾਵੇਂ ਦੋ ਪਵੇ, ਉੱਥੇ ਪ੍ਰੈਸ ਡਿਵੀਜ਼ਨ ਕਰਨੀ ਚਾਹੀਦੀ ਸੀਗੀ, ਡਿਵੀਜ਼ਨ ਪ੍ਰੈਸ ਕਰਨੀ ਚਾਹੀਦੀ ਸੀ। ਵੋਟਾਂ ਦੀ ਗਿਣਤੀ 'ਚ ਅਪੋਜ਼ ਕਰਨ ਵੇਲੇ ਸਿਰਫ 2 ਮੈਂਬਰ ਉੱਥੇ ਬੈਠੇ ਰਹੇ, ਇੱਕ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਇੱਕ ਮੈਡਮ ਹਰਸਿਮਰਤ ਕੌਰ। ਬਾਕੀ ਸਾਰੀਆਂ ਹੋਇਆ ਵਿਸ਼ਵਾਸ ਕਿਸਾਨਾਂ 'ਚ ਕਿਵੇਂ ਬਹਾਲ ਕਰੇਗੀ ਸ਼੍ਰੋਮਣੀ ਅਕਾਲੀ ਦਲ? ਦੇਖੋ, ਕਿਸਾਨ ਦੇ ਵਿਸ਼ਵਾਸ ਨਾਲ ਅਕਾਲੀ ਦਲ ਨੇ ਕਦੇ ਖੋਇਆ ਨਾ, ਵਿਸ਼ਵਾਸ ਉਹਨਾਂ ਦਾ ਕਦੇ ਗਿਆ ਤੇ ਨਾ ਇਹਨੂੰ ਦੁਬਾਰਾ ਪ੍ਰਾਪਤ ਕਰਨ ਦੀ ਲੋੜ ਹੈ, ਕਿਉਂਕਿ ਵਿਸ਼ਵਾਸ ਉਹਨਾਂ ਨੂੰ ਕੀਤਾ ਹੀ ਉਹਨਾਂ ਨੇ ਅਕਾਲੀ ਦਲ ਤੇ ਹੈ ਕਿ ਜੋ ਅਕਾਲੀ ਦਲ ਨੇ ਕਿਹਾ ਉਹ ਕਮਾਤਾ। ਜੇ ਤਾਂ ਅਸੀਂ ਦੂਸਰੀਆਂ ਪਾਰਟੀਆਂ ਨੂੰ ਅਬਸਟੇਨ ਕਰ ਜਾਂਦੇ, ਅਸਤੀਫਾ ਨਾ ਦਿੰਦੇ, ਅਲਾਇੰਸ ਨਾ ਛੱਡਦੇ, ਫਿਰ ਸ਼ੱਕ ਕਰਨਾ ਸੀ ਅਗਲਿਆਂ ਨੇ ਕਿ ਸਾਡੇ ਮਦਈਆਂ ਨੂੰ ਕੀ ਹੋ ਗਿਆ। ਅੱਜ ਅਕਾਲੀ ਦਲ ਤਾਂ ਬੀਬਾ ਮਨਪ੍ਰੀਤ ਬਹੁਤ ਪੁਰਾਣਾ ਮਦਈ ਹੈ। ਜਿਹੜੇ ਵੀ ਬੰਦੇ ਨਾਲ, ਜਿਹੜੀ ਵੀ ਧਿਰ ਨਾਲ ਦਿੱਲੀ ਜ਼ਿਆਦਤੀ ਕਰਦੀ ਹੈ, ਅਕਾਲੀ ਦਲ ਉਹਦਾ ਮਦਈ ਬਣ ਕੇ ਲੜਾਈ ਲੜਦਾ, ਭਾਵੇਂ ਉਹ ਦਲਿਤ ਆ, ਭਾਵੇਂ ਉਹ ਦੁਕਾਨਦਾਰ ਹੈ, ਭਾਵੇਂ ਉਹ ਮੁਲਾਜ਼ਮ ਹੈ, ਭਾਵੇਂ ਉਹ ਹਿੰਦੂ ਆ, ਭਾਵੇਂ ਉਹ ਸਿੱਖ ਹੈ। ਅਕਾਲੀ ਦਲ ਨੇ ਹਮੇਸ਼ਾ ਪੰਜਾਬ 'ਚ, ਹੁਣ ਦੇਖੋ ਕਿ ਰਾਜਨੀਤੀ ਤਾਂ ਬੀਜੇਪੀ ਖੇਡਦੀ ਪਈ ਹੈ। ਮਦਨ ਮੋਹਨ ਮਿੱਤਲ ਜੀ ਕਹਿੰਦੇ ਆ ਕਿ ਇਹ ਜਿਹੜਾ ਅਕਾਲੀ ਦਲ ਦਾ ਸ਼ਕਤੀ ਪ੍ਰਦਰਸ਼ਨ ਹੈ, ਇਹ ਪੰਜਾਬ 'ਚ ਅੱਤਵਾਦ ਲਿਆਊਗਾ, ਮਾਹੌਲ ਖਰਾਬ ਕਰੇਗਾ, ਮਾਹੌਲ ਖਰਾਬ ਕਰੂਗਾ। ਮੈਂ ਇੱਕ ਗੱਲ ਪੁੱਛਦਾ ਕਿ ਜੇ ਹੱਕ ਮੰਗਣੇ ਅੱਤਵਾਦ ਹੈ, ਫਿਰ ਇਹਨੂੰ ਕਹਿ ਸਕਦੇ ਹੋ ਤੁਸੀਂ? ਜੇ ਅੱਜ ਕੱਲ ਨੂੰ ਅਸੀਂ ਪੰਜਾਬ ਲਈ ਵੱਧ ਅਧਿਕਾਰ ਮੰਗਾਂਗੇ, ਪੰਜਾਬੀ ਬੋਲਦੇ ਇਲਾਕੇ ਮੰਗਾਂਗੇ, ਫਿਰ ਅਸੀਂ ਅੱਤਵਾਦੀ ਵੱਜਾਂਗੇ? ਇਹ ਦਿੱਲੀ ਹਮੇਸ਼ਾ ਹੀ ਪੰਜਾਬ ਨੂੰ ਤੇ ਵਿਸ਼ੇਸ਼ ਤੌਰ ਤੇ ਸਿੱਖਾਂ ਨੂੰ ਇਹ ਕਹਿ ਕੇ ਨਿੰਦਦੀ ਰਹੀ ਹੈ। ਪਹਿਲਾਂ ਕਾਂਗਰਸ ਨੇ ਸਾਨੂੰ ਪਾਕਿਸਤਾਨੀ ਵੀ ਕਿਹਾ, ਅੱਤਵਾਦੀ ਵੀ ਕਿਹਾ, ਸਾਨੂੰ ਕਰਪਟ ਵੀ ਕਿਹਾ, ਸਾਨੂੰ ਖਾਲਿਸਤਾਨੀ ਵੀ ਕਿਹਾ, ਸਭ ਕੁਝ ਕਹਿ ਕੇ ਦੇਖ ਲਿਆ ਉਹਨਾਂ ਨੇ, ਦੇਖਿਆ, ਪਰ ਅਕਾਲੀ ਦਲ ਦਾ ਕੁਝ ਨਹੀਂ ਵਿਗੜਿਆ। ਸੋ ਇਸ ਗੱਲ ਵਿੱਚ ਮੈਂ ਬੜਾ ਕਲੀਅਰ ਹਾਂ ਕਿ ਅਕਾਲੀ ਦਲ ਗੁਰੂ ਨਾਨਕ ਦੇ ਉਸ ਹੁਕਮ ਤੇ ਪਹਿਰਾ ਦਿੰਦਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਸਮੁੱਚੀ ਮਾਨਵਤਾ ਦੇ ਭਲੇ ਲਈ, ਆਪਸੀ ਭਾਈਚਾਰੇ ਲਈ, ਪੰਜਾਬ 'ਚ ਅਮਨ ਤੇ ਸ਼ਾਂਤੀ ਲਈ। ਕਿਉਂਕਿ ਅਕਾਲੀ ਦਲ ਨੇ ਬਹੁਤ ਆਪਣੇ ਲੀਡਰ ਗਵਾਲੇ ਵਾਇਲੈਂਸ ਦੇ 'ਚ। ਵੀ ਲੋਸਟ ਮੈਨੀ ਪ੍ਰੈਸ਼ੀਅਸ ਲਾਈਵਸ ਆਫ ਅਕਾਲੀ ਲੀਡਰਸ, ਤੇ ਅਸੀਂ ਕਦੇ ਵਾਇਲੈਂਸ ਨੂੰ ਕਿਵੇਂ ਸਪੋਰਟ ਕਰਾਂਗੇ? ਬੀਜੇਪੀ ਖੇਮੇ 'ਚ ਇੰਟਰਨਲੀ ਖੁਸ਼ੀ ਦੀ ਲਹਿਰ ਹੈ। ਉਹਨਾਂ ਦੇ ਲੀਡਰ ਸਮੇਂ-ਸਮੇਂ ਤੇ ਪਹਿਲਾਂ ਵੀ ਜਿਹੜੇ ਸੀਨੀਅਰ ਆਗੂ ਨੇ ਬੀਜੇਪੀ ਦੇ, ਉਹ ਜਿਹੜਾ ਹੈ ਬਿਆਨ ਦਿੰਦੇ ਰਹੇ ਕਿ ਅਕਾਲੀ ਦਲ ਦੇ ਨਾਲ ਅਲਾਇੰਸ ਤੋੜੋ, ਇਸ ਤਰ੍ਹਾਂ ਦੇ ਬਿਆਨਬਾਜ਼ੀ ਆਉਂਦੀ ਰਹੀ। ਹੁਣ ਤਾਂ ਥੋੜਾ ਹੋਰ ਖੁੱਲ ਕੇ, ਜਿਸ ਤਰ੍ਹਾਂ ਮਦਨ ਮੋਹਨ ਮਿੱਤਲ ਰੋਜ਼ਾਨਾ ਉਹਨਾਂ ਦੇ ਬਿਆਨ ਅਸੀਂ, ਤੁਸੀਂ ਵੀ ਦੇਖ ਰਹੇ ਹੋ, ਸੁਣ ਰਹੇ ਹੋ, ਪੜ੍ਹ ਰਹੇ ਹਾਂ ਅਸੀਂ ਵੀ। ਸੋ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਕਿਤੇ ਨਾ ਕਿਤੇ ਖੁਸ਼ੀ ਦੀ ਲਹਿਰ ਹੈ ਬੀਜੇਪੀ 'ਚ? ਦੇਖੋ, ਬੀਜੇਪੀ 'ਚ ਖੁਸ਼ੀ ਦੀ ਲਹਿਰ ਹੈ ਕਿ ਨਹੀਂ ਹੈ, ਇਹ ਤਾਂ ਬੀਜੇਪੀ ਵਾਲੇ ਦੱਸ ਸਕਣਗੇ, ਪਰ ਮੈਂ ਦੱਸ ਸਕਦਾ ਕਿ ਅਕਾਲੀ ਜਿਹੜਾ ਕੇਡਰ ਹੈ ਉਹ ਬੜਾ ਰਿਲੈਕਸਡ ਹੈ। ਉਹ ਕਹਿੰਦੇ ਕਿ ਸਾਡੇ ਇੱਕੋ ਹੀ ਪ੍ਰਭਾਵ ਚੱਲਦਾ ਸੀਗਾ ਤੇ ਲੋਕ ਸਾਨੂੰ ਤਾਨੇ ਇਹ ਮਾਰਦੇ ਸੀਗੇ ਕਿ ਅਕਾਲੀ ਦਲ ਬੀਜੇਪੀ ਤੇ ਆਰਐਸਐਸ ਦਾ ਗੁਲਾਮ ਹੋ ਗਿਆ। ਉਹ ਤਾਂ ਕਹਿੰਦੇ ਅਸੀਂ ਗੁਲਾਮੀ ਤੋਂ ਆਜ਼ਾਦ ਹੋ ਗਏ, ਇਸ ਤਰ੍ਹਾਂ ਦੇ ਬਿਆਨ ਵੀ ਅਸੀਂ ਸੁਣ ਰਹੇ ਆ ਰਹੇ ਨੇ ਕਿ ਬੀਜੇਪੀ ਆਜ਼ਾਦ ਹੋ ਗਿਆ। ਅੱਛਾ, ਅਸੀਂ ਸਮਝਦੇ ਹਾਂ, ਸਾਨੂੰ ਤਾਂ ਇਹ ਨਾਲ ਇਹ ਵੀ ਕਹਿ ਰਹੇ ਨੇ 117 ਸੀਟਾਂ ਵਾਸਤੇ ਸਾਡੇ ਕੋਲੇ ਕੈਂਡੀਡੇਟਸ ਹੈਗੇ ਆ, ਅਸੀਂ ਇਕੱਲੇ ਲੜ ਲਾਂਗੇ, ਅਸੀਂ ਸੱਤਾ 'ਚ ਵੀ ਆ ਜਾਾਂਗੇ। ਉਹ ਇਹ ਵੀ ਨਾਲ ਕਹਿ ਰਹੇ, ਨਾਲੇ ਇਹ ਵੀ ਕਹਿੰਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਬੜੇ ਸਾਰੇ ਸੀਨੀਅਰ ਆਗੂ ਵੀ ਉਹਨਾਂ ਦੇ ਸੰਪਰਕ 'ਚ ਨੇ। ਇਹਨੂੰ ਕਿਵੇਂ ਦੇਖੋ, ਮੇਰੀ ਗੱਲ ਸੁਣੋ, ਜਿਹਨੂੰ ਮਰਜ਼ੀ ਬਿਠਾ ਲੈਣ, ਜਿਹੜੀ ਕਿਸ਼ਤੀ 'ਚ ਮੋਰੀਆਂ ਉਹਨੇ ਤਰਨਾ ਨਹੀਂ ਗਾ। ਬੀਜੇਪੀ ਦੀ ਕਿਸ਼ਤੀ ਪੰਜਾਬ 'ਚ ਚੱਲਣੀ ਨਹੀਂ ਗੀ। ਉਹ 117 ਦੀ ਥਾਂ ਭਾਵੇਂ 234 'ਚ ਲੜਨ। ਤੁਸੀਂ ਦੇਖੋ ਕਿ ਹਰਿਆਣੇ 'ਚ ਕੀ ਹੋਇਆ 5 ਸਾਲ ਬਾਅਦ। ਪਿਛਲੀ ਗਵਰਨਮੈਂਟ ਨੇ ਕਿਰਸਾਨੀ ਨਾਲ ਹੈਡ ਔਨ ਲਿਆ ਨਾ, ਖੱਟੜ ਸਾਹਿਬ ਨੇ, ਇਹ ਸਾਰੀ ਮੈਜੋਰਟੀ ਨਹੀਂ ਅਟੇਨ ਕਰ ਸਕੇ। ਇਹ ਸਾਰੀ ਉਹਨਾਂ ਨੂੰ ਸਪੋਰਟ ਲੈਣੀ ਪਈ ਜੇਪੀਪੀ ਦੀ ਤੇ ਇੰਡੀਪੈਂਡੈਂਟਾਂ ਦੀ। ਤੇ ਇਹ ਇੱਕ ਮੈਸੇਜ ਚਲੇ ਗਿਆ ਕਿ
ਭਾਰਤੀ ਜਨਤਾ ਪਾਰਟੀ ਆਪਣੇ ਅਲਾਈਜ਼ ਨੂੰ ਖਤਮ ਕਰਕੇ ਆਪ ਪਾਵਰਫੁਲ ਹੋ ਰਹੀ ਹੈ। ਜਿਵੇਂ ਹੁਣ ਬਿਹਾਰ 'ਚ ਵੀ ਉਹਨਾਂ ਦਾ ਐਲਜੇਪੀ ਨਾਲ ਰੌਲਾ ਪੈ ਗਿਆ। ਸੋ ਮੈਂ ਸਮਝਦਾ ਕਿ ਜਿਹੜਾ ਪੰਜਾਬ 'ਚ ਉਹਨਾਂ ਤੋਂ ਅਕਾਲੀ ਦਲ ਵੱਖ ਹੋਇਆ ਨਾ, ਜਿੱਡਾ ਵੱਡਾ ਇੰਟਰਨੈਸ਼ਨਲੀ ਸੈੱਟ ਬੈਕ ਅਕਾਲੀ ਦਲ ਦੇ ਫੈਸਲੇ ਨਾਲ ਭਾਰਤੀ ਜਨਤਾ ਪਾਰਟੀ ਨੂੰ ਪਹੁੰਚੇ, ਸ਼ਾਇਦ ਕਿਸੇ ਨੂੰ ਨਾ ਅੱਜ ਤੱਕ ਪਹੁੰਚਿਆ ਹੋਵੇ। ਕਿਉਂਕਿ ਮੇਨਲੀ ਮਿਨੋਰਟੀਜ਼ ਆ ਜਿਹੜੀਆਂ, ਭਾਵੇਂ ਉਹ ਕ੍ਰਿਸਚਨ ਸੀ, ਭਾਵੇਂ ਉਹ ਤੁਹਾਡੇ ਮੁਸਲਮਾਨ ਸੀ ਜਾਂ ਦੂਜੀਆਂ। ਇਹ ਤਾਂ ਨਹੀਂ ਲੱਗਦਾ ਕਿਤੇ, ਇਹ ਤਾਂ ਨਹੀਂ ਲੱਗਦਾ ਕਿ ਗੱਠਜੋੜ ਤੋੜਨ ਦੇ ਨਾਲ ਕਿਤੇ ਨਾ ਕਿਤੇ ਕੋਈ ਗਲਤੀ ਤਾਂ ਨਹੀਂ ਕਰ ਲਈ ਤੁਸੀਂ ਬੀਜੇਪੀ ਦੇ ਨਾਲ? ਨਾ 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 ਨਾ, ਮਤਲਬ ਕੋਈ ਨਹੀਂ। ਪੰਜਾਬ ਤੇ ਅਕਾਲੀ ਦਲ ਤਾਂ ਹਮੇਸ਼ਾ ਸੰਘਰਸ਼ ਚੋਂ ਹੀ ਹਰਾ ਹੋਇਆ ਹੈ। ਅੱਛਾ, ਇੱਕ ਹੋਰ ਚੀਜ਼ ਮੈਂ ਸਮਝਣਾ ਚਾਹੁੰਦੀ ਹਾਂ ਕਿ ਤੁਹਾਡੇ ਅਸਤੀਫਾ ਪਹਿਲਾਂ ਤੁਸੀਂ ਦਿੱਤਾ, ਇੱਕ ਵੱਡਾ ਸਟੈਪ ਲਿੱਤਾ ਆਫ ਕੋਰਸ, ਉਸ ਤੋਂ ਬਾਅਦ ਅਲਾਈਅੰਸ ਵੀ ਤੋੜਿਆ, ਇੱਕ ਵੀ ਸਟੇਟਮੈਂਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਹੀਂ ਆਉਂਦੀ, ਕਿਤੇ ਨਾ ਕਿਤੇ ਜਿੱਦਾਂ ਨੋਟਿਸ ਹੀ ਨਹੀਂ ਲਿਆ ਗਿਆ ਤੁਹਾਡੇ ਅਸਤੀਫੇ, ਤੁਹਾਡੇ ਅਲਾਈਅੰਸ ਨੂੰ ਤੋੜਨ ਤੋਂ ਬਾਅਦ ਬੜੇ ਹਲਕੇ 'ਚ ਲਿੱਤਾ ਗਿਆ। ਮੈਨੂੰ ਲੱਗਦਾ ਨਰਿੰਦਰ ਮੋਦੀ ਨੇ 2 ਕੇ 3 ਵਾਰ ਮਨ ਕੀ ਬਾਤ ਵੀ ਕਰ ਲਈ, ਕਿਤੇ ਜ਼ਿਕਰ ਨਹੀਂ। ਇਹਨੂੰ ਕਿਵੇਂ ਵੇਖਦੇ ਹੋ? ਮੈਂ ਤੁਹਾਨੂੰ ਦੱਸਾਂ, ਜਦ ਕੈਂਸਰ ਸ਼ੁਰੂ ਹੁੰਦਾ ਨਾ ਜੀ, ਕੈਂਸਰ ਸ਼ੁਰੂ ਹੁੰਦਾ ਜਦੋਂ 3rd 4th ਸਟੇਜ ਤੱਕ ਨਾ ਪਹੁੰਚੇ ਤੇ ਬੰਦਾ ਦੇਖਣ ਨੂੰ ਬਾਹਰੋਂ ਹੈਲਦੀ ਵੀ ਲੱਗਦਾ, ਪਤਾ ਉਦੋਂ ਲੱਗਦਾ 4th ਸਟੇਜ ਤੇ ਕਿ ਹੁਣ ਲੱਤਾਂ ਵੀ ਖੜ ਗਈਆਂ, ਹੁਣ ਬਾਹਾਂ ਵੀ ਖੜ ਗਈਆਂ, ਹੁਣ ਰੋਟੀ ਵੀ ਨਹੀਂ ਚੰਗੀ ਲੱਗਦੀ, ਭਾਰ ਵੀ ਘਟ ਗਿਆ। ਇਹ ਸਮਾਂ ਦੱਸੂਗਾ ਕਿ ਅਕਾਲੀ ਦਲ ਵਰਗਾ ਟਰਸਟਡ ਲਾਏ ਨਾਲ ਇੰਨੀ ਜ਼ਿਆਦਤੀ, ਇੰਨਾ ਧੱਕਾ ਕਰਕੇ ਉਹਨਾਂ ਨੇ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਤਾਂ 328 ਵੋਟਾਂ ਦਾ ਪਾਰਲੀਮੈਂਟ 'ਚ ਕਰਤਾ। ਪਰ ਜਦ ਇਹਨੂੰ ਮੈਂ ਸਮਝਣਾ ਚਾਹੂੰਗੀ, ਤੁਸੀਂ ਕੈਂਸਰ ਦਾ ਜ਼ਿਕਰ ਕੀਤਾ ਕਿ ਬੀਜੇਪੀ ਨੂੰ ਕੈਂਸਰ ਹੋ ਗਿਆ, ਤੁਹਾਨੂੰ ਇਹ ਲੱਗ ਰਿਹਾ? ਦੇਖੋ ਮਨਪ੍ਰੀਤ, ਇੱਕ ਗੱਲ ਮੈਂ ਤੁਹਾਨੂੰ ਬਹੁਤ ਜ਼ਰੂਰੀ ਦੱਸਾਂ, ਪੋਲਿਟਿਕਸ ਇਜ਼ ਅ ਗੇਮ ਆਫ ਪਰਸੈਪਸ਼ਨ। ਪਰਸੈਪਸ਼ਨ ਕੀ ਸੀਗੀ ਕਿ ਤੁਸੀਂ ਮਾੜੀ ਜਿਹੀ ਝਾਤ ਪਿੱਛੇ ਮਾਰੋ, 1996 'ਚ 172 ਸੀਟਾਂ ਬੀਜੇਪੀ ਦੀਆਂ ਆਈਆਂ, 9 ਅਕਾਲੀ ਦਲ ਦੀਆਂ ਆਈਆਂ ਤੇ 16 ਸੀ ਸ਼ਿਵ ਸੈਨਾ ਦੀਆਂ। ਸ਼ਿਵ ਸੈਨਾ ਤੇ ਬੀਜੇਪੀ ਸੀਗੇ ਇਲੈਕਸ਼ਨ ਤੋਂ ਪਹਿਲਾਂ ਦੇ ਪਾਰਟਨਰ। ਅਕਾਲੀ ਦਲ ਪੰਜਾਬ 'ਚ ਬੀਐਸਪੀ ਦੇ ਨਾਲ ਲੋੜਿਆ ਸੀ, 3 ਜਿੱਤਾਂ ਬੀਐਸਪੀ ਨੇ ਜਿੱਤੀਆਂ ਸੀਗੀਆਂ। ਅਕਾਲੀ ਦਲ ਆਫਟਰ ਇਲੈਕਸ਼ਨ ਡਿਸਾਈਡਡ ਟੂ ਗਿਵ ਅਨਕੰਡੀਸ਼ਨਲ ਸਪੋਰਟ ਟੂ ਦੀ ਅਟਲ ਬਿਹਾਰੀ ਵਾਜਪੇਈ ਗਵਰਨਮੈਂਟ, ਇਹ ਜਾਣਦੇ ਹੋਏ ਕਿ ਇਹ ਗਵਰਨਮੈਂਟ ਸਰਵਾਈਵ ਨਹੀਂ ਕਰਨੀ। ਕੀਤੀ ਗਵਰਨਮੈਂਟ ਵੋਟ ਆਫ ਕੌਨਫੀਡੈਂਸ ਲੈਣ ਗਈ, ਡਿੱਗ ਪਈ। ਉਸ ਤੋਂ ਬਾਅਦ ਉਹ ਦੇਵਗੌੜਾ ਜੀ ਦੀ ਗਵਰਨਮੈਂਟ ਬਣ ਗਈ, ਸਪੋਰਟਡ ਬਾਈ ਕਾਂਗਰਸ। ਜਦ 1998 'ਚ ਇਲੈਕਸ਼ਨ ਹੋਈ, ਉਸ ਭਾਰਤੀ ਜਨਤਾ ਪਾਰਟੀ ਨੂੰ, ਜਿਹਨੂੰ ਨੇੜੇ ਕੋਈ ਨਹੀਂ ਸੀ ਲੰਘਦਾ, ਅਕਾਲੀ ਦਲ ਦੀ ਸਪੋਰਟ ਨੇ ਇੱਕ ਕੌਨਫੀਡੈਂਸ ਕ੍ਰੀਏਟ ਕਰਤਾ ਕਿ ਜੇ ਸਿੱਖ ਮਿਨੋਰਟੀ ਭਾਰਤੀ ਜਨਤਾ ਪਾਰਟੀ ਦੇ ਟਰਸਟ ਕਰ ਸਕਦੇ ਆ, ਵਾਈ ਨਾਟ ਵੀ ਸ਼ੁਡ ਟਰਸਟ ਭਾਰਤੀ ਜਨਤਾ ਪਾਰਟੀ। 28 ਪਾਰਟੀਆਂ ਨੇ ਅਟਲ ਬਿਹਾਰੀ ਵਾਜਪੇਈ ਜੀ ਦੀ ਗਵਰਨਮੈਂਟ ਨੂੰ ਸਪੋਰਟ ਦਿੱਤੀ ਤੇ ਉਹ ਆਪਣੀ ਫੁੱਲ ਟਰਮ ਗਵਰਨਮੈਂਟ ਰਹੀ। ਇਹ ਸਮੇਂ ਨਾਲ ਪਤਾ ਲੱਗਦਾ ਹੁੰਦਾ। ਦੇਖੋ ਇੱਕ ਗੱਲ ਬਹੁਤ ਸਪਸ਼ਟ ਹੈ। ਅੱਛਾ, ਮੈਂ ਇੱਕ ਚੀਜ਼ ਹੋਰ ਸਮਝਣਾ ਚਾਹੁੰਦੀ ਹਾਂ, ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ 3 ਤਖਤਾਂ ਤੋਂ ਮਾਰਚ ਤੁਸੀਂ ਚੰਡੀਗੜ੍ਹ ਲੈ ਕੇ ਆਏ 1 ਅਕਤੂਬਰ ਨੂੰ, ਜਿਹੜਾ ਮਾਰਚ ਸੀ ਅਕਾਲੀ ਦਲ ਦੀ ਵੱਡੀ ਰੈਲੀ ਮਾਰਚ ਜੋ ਵੀ ਸੀਗਾ, ਉਸ ਤੋਂ ਮੈਂ ਇਹ ਸਮਝ ਆਉਂਦੀ ਕਿ ਤੁਸੀਂ ਦਿੱਲੀ ਵੱਲ ਕਿਉਂ ਨਹੀਂ ਗਏ? ਜੇ ਦਿੱਲੀ ਵੱਲ ਜਾਂਦੇ ਕਿਤੇ ਨਾ ਕਿਤੇ ਮੋਦੀ ਵੀ ਸ਼ਾਇਦ ਤੁਹਾਡੀ ਗੱਲ ਕਰ ਲੈਂਦੇ, ਕਿਉਂਕਿ ਪੰਜਾਬ ਦੇ ਚੰਡੀਗੜ੍ਹ ਦੇ ਲੋਕਾਂ ਨੂੰ ਤਾਂ ਪਹਿਲਾਂ ਹੀ ਇਹ ਸਮੱਸਿਆ ਪਤਾ ਹੈ। ਸਮਝਾਉਣਾ ਤਾਂ ਦਿੱਲੀ ਵਾਲਿਆਂ ਨੂੰ ਹੈ, ਸਮਝਾਉਣਾ ਤਾਂ ਦਿੱਲੀ ਸਰਕਾਰ ਨੂੰ ਹੈ। ਦੇਖੋ ਦਿੱਲੀ ਵੱਲ ਨੂੰ ਕੂਚ ਕਰਨਾ ਚਾਹੀਦਾ ਦੇਖੋ instead of coming to ਚੰਡੀਗੜ੍ਹ। ਨਹੀਂ, ਡੈਮੋਕ੍ਰੇਸੀ ਵਿੱਚ ਪੀਸਫੁਲ ਪ੍ਰੋਟੈਸਟ ਹੀ ਇੱਕ ਸਭ ਤੋਂ ਵਧੀਆ ਤੇ ਚੰਗਾ ਸਾਧਨ ਹੈ ਗੌਰਮੈਂਟਾਂ ਤੱਕ ਆਪਣੀ ਗੱਲ ਪਹੁੰਚਾਉਣ ਦਾ। ਅਕਾਲ ਤਖਤ ਸਾਹਿਬ ਤੋਂ, ਦਮਦਮਾ ਸਾਹਿਬ ਤੋਂ ਤੇ ਅਨੰਦਪੁਰ ਸਾਹਿਬ ਤੋਂ ਜੇ ਚੱਲੇ ਆ ਤੇ ਅਸੀਂ ਸੋਚਿਆ ਸੀਗਾ ਕਿ ਉਹ ਅਸੀਂ ਮੈਮੋਰੰਡਮ ਗਵਰਨਮੈਂਟ ਨੂੰ ਨਹੀਂ ਦੇਣਾ, ਰਾਸ਼ਟਰਪਤੀ ਨੂੰ ਦੇਣਾ ਹੈਗਾ। ਤੇ ਰਾਸ਼ਟਰਪਤੀ ਨੂੰ ਇਸ ਲਈ ਦੇਣਾ ਕਿ ਰਿਕੁਐਸਟ ਕਰਨ ਲਈ ਕਿ ਉਹ ਰੀਕਨਵੀਨ ਕਰੇ ਦੋਨੋਂ ਹਾਊਸ ਪਾਰਲੀਮੈਂਟ ਦੇ ਬਿੱਲ ਨੂੰ ਰੀਕਨਸੀਡਰ ਕਰਨ ਲਈ। ਪਰ ਇੰਨਾ ਸੱਤਾ ਦੇ ਹੰਕਾਰ ਵਿੱਚ ਦਿੱਲੀ ਨੇ ਧੱਕਾ ਕੀਤਾ ਕਿ ਪਾਣੀ ਦੀਆਂ ਵਿਛਾੜਾਂ ਵੀ ਮਾਰੀਆਂ, ਲਾਠੀ ਚਾਰਜ ਵੀ ਕੀਤਾ ਉਹ ਬੰਦਿਆਂ ਤੇ ਜਿਹੜੇ 300 ਕਿਲੋਮੀਟਰ ਪੀਸਫੁਲ ਸਫ਼ਰ ਕਰਕੇ ਪੰਜਾਬ ਦੀ ਰਾਜਧਾਨੀ ਪਹੁੰਚੇ ਸੀ। ਇੱਕ ਤਰ੍ਹਾਂ ਬੇਗਾਨੇਪਣ ਦਾ ਅਹਿਸਾਸ ਕਰਾ ਦਿੱਤਾ ਗਿਆ ਅਕਾਲੀ ਦਲ ਨੂੰ ਉਸ ਦਿਨ ਨੂੰ ਕਿ ਜਿਹੜਾ ਪੰਜਾਬ ਦੀ ਰਾਜਧਾਨੀ ਤੁਸੀਂ ਕਹਿੰਦੇ ਹੋ ਉਹ ਤਾਂ ਤੁਹਾਡੇ ਲਈ ਰਾਜਧਾਨੀ ਵੀ ਨਹੀਂ ਇਹਨਾਂ ਨੇ ਰਹਿਣ, ਤੁਹਾਨੂੰ ਉੱਥੇ ਫੋਰਨਰ ਟਰੀਟ ਕੀਤਾ ਜਾ ਰਿਹਾ ਕਿ ਇੱਥੇ ਤੁਹਾਨੂੰ ਪਰਮਿਟ ਨਹੀਂ ਅੰਦਰ ਜਾਣ ਦਾ। ਸੋ ਇਹਦੇ 'ਚ ਮੈਂ ਸਮਝਦਾ ਕਿ ਇਹੀ ਹਾਲ ਇਹਨਾਂ ਜੇ ਅਸੀਂ ਦਿੱਲੀ ਵੱਲ ਜਾਂਦੇ ਕਰਨਾ ਸੀਗਾ। ਹੁਣ ਮੈਂ ਇਸ ਦਾ ਗੱਲ ਦੱਸਦਾ ਕਿ ਪ੍ਰੋਟੈਸਟ ਕਿੱਥੇ ਰੈਲੀਵੈਂਟ ਹੁੰਦਾ, ਜਿੱਥੇ ਇਸ਼ੂ ਹੋਵੇ।
ਹੁਣ ਦਿੱਲੀ 'ਚ ਪਾਰਲੀਮੈਂਟ 'ਚ ਰਾਹੁਲ ਸਾਹਿਬ ਨਾ ਤਾਂ ਪਾਰਲੀਮੈਂਟ 'ਚ ਗਏ, ਨਾ ਮੈਡਮ ਸੋਨੀਆ ਗਾਂਧੀ ਪਾਰਲੀਮੈਂਟ 'ਚ ਗਏ, ਜਾਂ 10 ਦਿਨ ਚੱਲੇ। ਜਿਸ ਦਿਨ ਸੈਸ਼ਨ ਮੁੱਕਿਆ ਉਦੋਂ ਅੱਗੇ ਆ ਗਏ, ਕਾਨੂੰਨ ਦਿੱਲੀ ਬਣਾਵੇ, ਦਿੱਲੀ ਜ਼ਿਆਦਤੀ ਕਰੇ। ਦਿੱਲੀ ਵਿੱਚ ਰਾਹੁਲ ਗਾਂਧੀ ਬੈਠਾ ਹੋਵੇ, ਟਰੈਕਟਰ ਯਾਤਰਾ ਪੰਜਾਬ 'ਚ ਕਿਉਂ ਕਰਦਾ? ਕਿਉਂ ਕਰਦਾ? ਇਹ ਦੱਸੋ ਨਾ ਤੁਸੀਂ। ਜਿਹੜਾ ਮੈਨੂੰ ਸਵਾਲ ਕੀਤਾ ਇਹਦਾ ਜਵਾਬ ਇਹ ਹੈ ਕਿ ਅਗਲਾ ਕਹਿੰਦਾ ਜਿੱਥੇ ਇਸ਼ੂ ਆ ਉੱਥੇ ਦੇ ਲੋਕਾਂ ਦੇ ਨਾਲ ਆਪਣੀ ਸਿੰਪਥੀ, ਉੱਥੇ ਕੰਸੋਲੀਡੇਸ਼ਨ, ਉੱਥੇ ਉਹਨਾਂ ਨੂੰ ਅਸ਼ੋਰ ਕਰਨਾ ਕਿ ਹਮ ਤੁਹਾਡੇ ਸਾਥ ਹੈ। ਉਹ ਦੂਜੇ ਪਾਸੇ ਉਹ ਤਾਂ ਇਹ ਕਹਿੰਦੇ ਨੇ ਕਿ ਅਕਾਲੀ ਦਲ ਤੁਹਾਡੇ ਵੱਲੋਂ ਵੀ ਤਾਂ ਟਰੈਕਟਰ ਰੈਲੀ ਕੱਢੀ ਗਈ ਹੈ, ਔਰ ਇਹ ਕਹਿੰਦੇ ਕਿ ਪਹਿਲਾਂ ਜਦ ਲੋੜ ਸੀ ਉਦੋਂ ਤੁਸੀਂ ਬਿੱਲ ਦੇ ਨਾਲ ਹੱਕ 'ਚ ਸੀ, ਕਿ ਜਦ ਤੁਹਾਨੂੰ ਲੱਗੇ ਕਿ ਹੁਣ ਸਿਰੋਂ ਪਾਣੀ ਟੱਪ ਗਿਆ ਤਾਂ ਫਿਰ ਤੁਸੀਂ ਬਿੱਲ ਦੇ ਵਿਰੋਧ 'ਚ। ਫਿਰ ਤੁਸੀਂ ਅਕਾਲੀ ਦਲ ਨੇ ਯੂ ਟਰਨ ਲਿਆ, ਅਸਤੀਫਾ ਦਿੱਤਾ, ਮਜਬੂਰੀ ਬਣੀ। ਮਤਲਬ ਇਸ ਤਰ੍ਹਾਂ ਦੀਆਂ ਬਿਆਨ ਜਿਹੜੇ ਨੇ ਆ ਰਹੇ ਨੇ ਸਾਹਮਣੇ। ਮੈਂ ਮੰਤਰੀ ਤੇ ਇਹਦੇ ਲਈ ਇੱਕੋ ਗੱਲ ਕਹਿਣੀ, ਇੱਕ ਜ਼ਰੂਰ ਕਹਿਣਾ ਚਾਹੂੰਗਾ, ਜਿਹੜੀ ਤੁਸੀਂ ਗੱਲ ਕਹੀ ਮਜਬੂਰੀ ਨਹੀਂ ਸੀ ਕੋਈ, ਇਹ ਸਾਡਾ ਹੱਕ ਸੀ ਤੇ ਸਾਡਾ ਫੈਸਲਾ ਸੀ। ਯੂ ਟਰਨ ਤਾਂ ਲਿਆ ਕਾਂਗਰਸ ਨੇ 2008 ਵਿੱਚ, ਇਹਨਾਂ ਨੇ ਪਹਿਲੀ ਵਾਰ ਇਹਨੂੰ ਬਿੱਲ ਨੂੰ ਇਨੀਸ਼ੀਏਟ ਕੀਤਾ, 2011 ਵਿੱਚ ਪਾਰਲੀਮੈਂਟ 'ਚ ਲਿਆਏ। ਮਿਸਟਰ ਕਪਲ ਸਿਬਲ ਨੇ ਯੂਨੀਅਨ ਮਿਨਿਸਟਰ ਇਹਨੂੰ ਜਸਟੀਫਾਈ ਕੀਤਾ। ਪਰ ਅੱਜ ਅਫਸੋਸ ਸਾਨੂੰ ਭਾਰਤੀ ਜਨਤਾ ਪਾਰਟੀ ਤੇ ਵੀ ਇਹ ਹੈ ਕਿ ਸ਼੍ਰੀ ਅਰੁਣ ਜੇਟਲੀ ਐਂਡ ਸੁਸ਼ਮਾ ਸਵਰਾਜ ਨੇ ਇਸ ਬਿੱਲ ਦੇ ਜਿਹੜੀਆਂ ਧੱਜੀਆਂ ਆਪਣੀਆਂ ਸਪੀਚਸ ਵਿੱਚ ਪਾਰਲੀਮੈਂਟ ਵਿੱਚ ਉਡਾਈਆਂ ਤੇ ਜਿਹੜੀਆਂ ਕਮੀਆਂ ਇਹਦੇ ਵਿੱਚ ਦੱਸੀਆਂ, ਅੱਜ ਦੀ ਬੀਜੇਪੀ ਦੀ ਲੀਡਰਸ਼ਿਪ ਨੂੰ 2 ਮਿੰਟ ਇਸ ਗੱਲ ਤੇ ਹੀ ਤਰਸ ਕਰ ਲੈਣਾ ਚਾਹੀਦਾ ਕਿ ਇਹ ਉਹ ਲੀਡਰ ਸੀ ਜਿਨ੍ਹਾਂ ਨੇ ਪਾਰਲੀਮੈਂਟ ਵਿੱਚ ਇਹ ਬਿੱਲ ਦਾ ਜਲੂਸ ਕੱਢਿਆ, ਜਿਨ੍ਹਾਂ ਦਾ ਬੀਜੇਪੀ 'ਚ ਬਹੁਤ ਸਤਿਕਾਰ ਸੀ। ਬੀਜੇਪੀ ਰਾਦਰ ਓਨਸ ਦਿਸ ਐਕਸਪਲੇਨੇਸ਼ਨ ਟੂ ਨੇਸ਼ਨ ਕਿ ਉਹਨਾਂ ਨੇ ਐਡੇ ਵੱਡੇ ਲੀਡਰਾਂ ਦੀ ਸੋਚ ਦੇ ਉਲਟ ਫੈਸਲਾ ਕਿਉਂ ਲਿਆ। ਤੇ ਕਾਂਗਰਸ ਨੂੰ ਇਹ ਦੱਸਣਾ ਪਊਗਾ ਕਿ ਜਿਹੜਾ ਉਹਨਾਂ ਨੇ 2019 ਦਾ ਮੈਨੀਫੈਸਟੋ ਕਰਕੇ, ਜਿਹਦੇ ਵਿੱਚ ਉਹਨਾਂ ਨੇ ਟੋਟਲ ਮੰਡੀਆਂ ਨੂੰ ਖਤਮ ਕਰਨ ਦਾ ਫੈਸਲਾ ਕੀਤਾ, 2017 ਦੇ ਪੰਜਾਬ ਦੇ ਮੈਨੀਫੈਸਟੋ ਵਿੱਚ ਟੋਟਲ ਮੰਡੀਆਂ ਨੂੰ ਖਤਮ ਕਰਕੇ ਪ੍ਰਾਈਵੇਟ ਟ੍ਰੇਡਿੰਗ, ਈ ਟ੍ਰੇਡਿੰਗ ਤੇ ਪ੍ਰਾਈਵੇਟ ਮੰਡੀਆਂ ਬਣਾਉਣ ਦਾ ਫੈਸਲਾ 2017 ਅਗਸਤ ਵਿੱਚ ਕਾਨੂੰਨ ਬਣਾ ਕੇ ਕੀਤਾ। ਉਹ ਯੂ ਟਰਨ ਕਿਉਂ ਲੈ ਰਹੇ ਆ? ਮੈਂ ਅੱਜ ਵੀ ਕਹਿਣਾ, ਜੇ ਪੰਜਾਬ ਦੀ ਕਾਂਗਰਸ ਇਮਾਨਦਾਰ ਹੈ, ਉਹ ਕਾਲ ਕਰਨ ਪੰਜਾਬ ਦੀ ਅਸੈਂਬਲੀ ਦਾ ਸੈਸ਼ਨ, ਜਿਹੜੀ ਅਮੈਂਡਮੈਂਟ 2017 ਚ ਕੀਤੀ ਉਹਨੂੰ ਰੱਦ ਕਰਨ। ਅੱਛਾ, ਮੇਰਾ ਆਖਰੀ ਸਵਾਲ ਇਨ ਸ਼ਾਰਟ ਲਾਂਗੀ, ਜਿਹੜਾ ਰੀਸੈਂਟ ਨਵਜੋਤ ਸਿੰਘ ਸਿੱਧੂ ਦਾ ਕਾਂਗਰਸ ਦੀ ਸਟੇਜ ਤੇ ਕਾਫੀ ਦੇਰ ਬਾਅਦ ਚੁੱਪੀ ਤੋੜਨਾ ਤੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸਟੇਜ ਸਾਂਝੀ ਕਰਨੀ, ਔਰ ਉਸ ਤੋਂ ਬਾਅਦ ਕੇਂਦਰ ਸਰਕਾਰ ਨੂੰ ਤਾਂ ਉਹਨਾਂ ਨੇ ਘੇਰਿਆ ਹੀ ਹੈ, ਨਿਸ਼ਾਨੇਬਾਜ਼ੀ ਕੀਤੀ ਹੈ, ਨਾਲ ਹੀ ਨਾਲ ਕਿਤੇ ਨਾ ਕਿਤੇ ਇਸ਼ਾਰਿਆਂ ਦੇ ਵਿੱਚ ਪੰਜਾਬ ਸਰਕਾਰ ਤੇ ਵੀ ਜਿਹੜਾ ਨਿਸ਼ਾਨਾ ਸਾਧਿਆ, ਇਸ ਨੂੰ ਕਿਵੇਂ ਦੇਖਦੇ ਹੋ ਇਨ ਸ਼ਾਰਟ? ਦੇਖੋ, ਇਹ ਬੜਾ ਓਪਨ ਹੈ ਕਨਫਰੰਟੇਸ਼ਨ ਬਿਟਵੀਨ ਚੀਫ ਮਿਨਿਸਟਰ ਐਂਡ ਸਿੱਧੂ। ਚੀਫ ਮਿਨਿਸਟਰ ਤਾਂ ਰੈਡੀ ਤਿਆਰ ਵੀ ਨਹੀਂ ਸੀ ਰੈਲੀ 'ਚ ਆਉਣ ਲਈ। ਫਿਰ ਰੰਧਾਵੇ ਨੇ ਜਿਵੇਂ 2 ਮਿੰਟ ਦਿੱਤੇ ਸਿੱਧੂ ਨੂੰ, ਫਿਰ ਉਹਨੇ ਰਿਐਕਟ ਕੀਤਾ। ਫਿਰ ਜਿਹੜੀ ਸਭ ਤੋਂ ਵੱਡੀ ਐਮਬੈਰਸਮੈਂਟ ਸਿੱਧੂ ਕਾਂਗਰਸ ਲਈ ਖੜੀ ਕਰ ਗਿਆ, ਉਹ ਕਹਿੰਦਾ ਐਮਐਸਪੀ ਲਈ ਦਿੱਲੀ ਵਾਲ ਕਿਉਂ ਦੇਖਦੇ ਹੋ, ਸੂਬੇ ਦੀਆਂ ਸਰਕਾਰਾਂ ਦੇਣ। ਇਹਦਾ ਤਾਂ ਜਵਾਬ ਹੁਣ ਰਾਹੁਲ ਗਾਂਧੀ ਜਾਂ ਕੈਪਟਨ ਅਮਰਿੰਦਰ ਸਿੰਘ ਦੇਣ ਨਾ, ਕਿ ਉਹ ਸਿੱਧੂ ਦੇ ਸੁਝਾਅ ਦਾ ਮੁੱਲ ਕਿਉਂ ਨਹੀਂ ਪਾਉਂਦੇ। ਆਫਟਰ ਆਲ ਉਹਨਾਂ ਦਾ ਸੀਨੀਅਰ ਕੁਲੀਗ ਹੈ। ਪਰ ਮੈਂ ਇਸ ਗੱਲ ਤੇ ਇੱਕ ਜ਼ਰੂਰ ਗੱਲ ਕਹਿ ਦੇਣੀ ਚਾਹੁੰਦਾ ਹੈਗਾ ਕਿ ਇਹ ਰਾਜਨੀਤੀ ਇਹਨਾਂ ਨੂੰ ਨਹੀਂ ਕਰਨੀ ਚਾਹੀਦੀ। ਇਹ ਰਾਜਨੀਤਿਕ ਮਸਲਾ ਨਹੀਂ ਗਾ, ਇਹ ਬੜਾ ਹੀ ਸੈਂਸਿਟਿਵ ਇਮੋਸ਼ਨਲ ਮਸਲਾ ਹੈਗਾ। ਕਾਂਗਰਸ ਨੂੰ ਇਸ ਗੱਲ ਤੇ ਬਿਲਕੁਲ ਰਾਜਨੀਤੀ ਨਹੀਂ ਕਰਨੀ ਚਾਹੀਦੀ। ਸਿੱਧੂ ਸਾਹਿਬ ਨੇ ਕੱਲ ਇੰਨਾ ਤਾਂ ਜ਼ਰੂਰ ਸਿਆਣਪ ਕੀਤੀ ਕਿ ਆਪਣੀ ਕਾਂਗਰਸ ਸਰਕਾਰ ਤੇ ਹੀ ਰਗੜੇ ਲਾਏ ਨੇ ਤੇ ਬੜੀ ਚੰਗੀ ਤਰ੍ਹਾਂ ਲਾਏ ਨੇ। ਤੇ ਇੱਕ ਗੱਲ ਆ ਗਿਆ ਕਿ ਡਿਵੀਜ਼ਨ ਐਪਰੈਂਟ ਹੈ ਇਹਨਾਂ ਦੇ, ਤੇ ਸੀਐਮ ਸਾਹਿਬ ਨੇ ਵੀ ਬੜਾ ਕਲੀਅਰ ਕਰਤਾ ਕਿ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਪਹਿਲਾਂ ਵੀ ਬੋਲਣ ਨਹੀਂ ਦਿੱਤਾ ਗਿਆ, ਇਸ ਤਰ੍ਹਾਂ ਹੈ ਨਾ, ਉਹਨਾਂ ਕਿਤੇ ਨਾ ਕਿਤੇ ਸਿੱਧਾ ਹੀ ਇਹ ਚੀਜ਼ ਸਟੇਜ ਤੇ ਕਹਿਤੀ। ਥੋੜੇ ਨਾਰਾਜ਼ ਵੀ ਸੀ, ਗੁੱਸੇ 'ਚ ਵੀ ਸੀ, ਅਗਰੈਸ਼ਨ ਦਿਖਿਆ ਉਹਨਾਂ ਦੀ ਬਾਡੀ ਲੈਂਗੁਏਜ, ਜਿਹਨੂੰ ਕਹਿ ਸਕਦੇ ਹਾਂ ਅਸੀਂ ਪੂਰੀ ਤਰ੍ਹਾਂ ਤੇ। ਕਿਤੇ ਨਾ ਕਿਤੇ ਹਾਲਾਂਕਿ ਕੋਸ਼ਿਸ਼ਾਂ ਜ਼ਰੂਰ ਕਾਂਗਰਸ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ, ਹਰੀਸ਼ ਰਾਵਤ ਸਾਹਿਬ ਵੱਲੋਂ ਕੀਤੇ ਜਾ ਰਹੇ ਕਿ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦਾ ਪੈਚਅਪ ਕਰਾਇਆ ਜਾਏ, ਪਰ ਫਿਰ ਵੀ ਕੱਲ ਥੋੜੇ ਉਖੜੇ ਨਜ਼ਰ ਆ ਰਹੇ ਸੀ ਦੋਵੇਂ ਦੇ ਦੋਵੇਂ। ਮੈਂ ਇਹੀ ਸਮਝਣਾ ਚਾਹੁੰਦੀ ਹਾਂ ਕਿ ਜੇਕਰ ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਪਹਿਲਾਂ ਵੀ ਕਹਿੰਦੇ ਸੀ, ਜੇ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੇ ਨਾਲ ਨਹੀਂ ਤਾਂ ਉਹ ਬੀਜੇਪੀ ਜਾ ਸਕਦੇ ਨੇ, ਕਿ ਹੁਣ ਸਿੱਧੂ ਦੇ ਲਈ ਰਾਹ ਖੁੱਲ ਗਏ ਨੇ ਬੀਜੇਪੀ ਦੇ? ਹੁਣ ਸ਼੍ਰੋਮਣੀ ਅਕਾਲੀ ਦਲ ਤਾਂ ਭਾਈਵਾਲ ਪਾਰਟੀ ਦਾ ਹੀ ਨਹੀਂ ਹੈ। ਸਿੱਧੂ ਸਾਹਿਬ ਜਿੱਥੇ ਮਰਜੀ ਜਾਣ, ਉਹਨਾਂ ਦਾ ਡਿਸੀਜਨ ਆ, ਹੀ ਇਜ਼ ਨਾਟ ਮਾਈਨਰ। ਮੇਜਰ ਨੇ ਆਪਣਾ ਡਿਸੀਜਨ ਲੈ ਸਕਦੇ ਨੇ, ਪਰ ਉਹਨਾਂ ਨੇ ਆਪਣੇ ਸ਼ੇਰੋ ਸ਼ਾਇਰੀ ਦੇ ਅੰਦਾਜ਼ ਨਾਲ ਪੋਲਿਟਿਕਸ ਮੈਂ ਕਦੇ ਦਰਵਾਜ਼ੇ ਬੰਦ ਕਰਦੇ ਨਹੀਂ ਦੇਖੇ, ਸਾਰੇ ਦਰਵਾਜ਼ੇ ਬੰਦ ਕਰ ਲਏ। ਤੇ ਖਾਸ ਤੌਰ ਤੇ ਬੀਜੇਪੀ ਨਾਲ ਜੋ ਮੋਦੀ ਸਾਹਿਬ ਦੀ ਉਹਨੇ ਅਲੱਗਾ ਹੋ ਕੇ ਸਿਫਤ ਕਰਤੀ, ਉਹ ਹੁਣ ਉਹਨਾਂ ਨੂੰ ਪਤਾ ਹੀ ਹੈ। ਉਸ ਤੋਂ ਬਾਅਦ ਕਾਂਗਰਸ 'ਚ ਬੈਠੇ ਆ, ਜਿਹੜੀ ਉਹਨਾਂ ਨੇ ਪੰਜਾਬ ਦੇ ਚੀਫ ਮਿਨਿਸਟਰ ਨਾਲ ਜੋ ਕਰਤੀ, ਉਹ ਵੀ ਪਤਾ ਹੀ ਹੈ। ਤੇ ਚੀਫ ਮਿਨਿਸਟਰ ਨੇ ਜੋ ਸਾਫ਼ ਇੱਕ ਇੰਗਲਿਸ਼ ਅਖਬਾਰ ਨੂੰ ਇੰਟਰਵਿਊ ਦੇ ਦਿਆ, ਕਹਿਤਾ
ਕਿ ਜਿਹਨੂੰ 3 ਸਾਲ ਦੀ ਜਿਹਦੀ ਸਟੈਂਡਿੰਗ ਆ ਕਾਂਗਰਸ ਤੇ, ਉਹ ਮੁੜ ਕੇ ਪ੍ਰਧਾਨ ਬਣਨਾ ਭਾਲਦਾ ਜਾਂ ਚੀਫ ਮਿਨਿਸਟਰ, ਇਹ ਕਦੇ ਪੋਸੀਬਲ ਨਹੀਂ ਹੋ ਸਕਦਾ। ਸਿਚੁਏਸ਼ਨ ਬੜੀ ਕਲੀਅਰ ਹੈ ਕਿ ਇਹ ਲੜਾਈ ਇੱਕ ਦੂਜੇ ਤੋਂ ਉੱਚੇ ਹੋਣ ਦੀ ਹੈ, ਨਾ ਕਿ ਕਿਸਾਨਾਂ ਦੀ ਲੜਾਈ ਲੜ ਰਹੇ ਨੇ। ਤੇ ਸਭ ਤੋਂ ਮਜ਼ਾਕ ਵਾਲੀ ਗੱਲ ਜਿਹੜੀ ਕੀਤੀ ਕੱਲ ਕਾਂਗਰਸ ਰੈਲੀ ਨੇ, ਕਿ ਟਰੈਕਟਰ ਤੇ ਸੀਟਾਂ ਸੋਫੇ ਦੀਆਂ ਲਾ ਕੇ ਬੈਠੇ। ਇਹ ਕਿਸਾਨੀ ਦੇ ਹਮਦਰਦ ਹੈ, ਗੱਦਿਆਂ ਵਾਲੀਆਂ ਕੁਸ਼ਨਡ ਸੀਟਾਂ ਲਾ ਕੇ ਬੈਠੇ ਹੈ ਕਿ ਜੇ ਤੁਸੀਂ ਗੱਦੀਆਂ ਵਾਲੀਆਂ ਸੀਟਾਂ ਟਰੈਕਟਰ ਤੇ ਜ਼ਿਮੀਦਾਰ ਨੂੰ ਲਵਾ ਦਿਓ ਤਾਂ ਪੰਜਾਬ ਚ ਰੌਲੇ ਨਾ ਪੈਣ। ਕਿਉਂਕਿ ਟਾਈਮ ਬਹੁਤ ਘੱਟ ਰਹਿ ਗਿਆ ਆਪਣੇ ਕੋਲ, ਮੈਂ ਇਹੀ ਸਮਝਣਾ ਚਾਹ ਰਹੀ ਹਾਂ। ਲਾਸਟ ਮੈਂ ਇਹੀ ਕਹੂੰਗੀ, ਹੁਣ ਜਿਹੜਾ ਬੀਜੇਪੀ ਨੇ ਪੈਰਲਰ ਰੈਲੀ ਕੱਢੀ ਹੈ, ਜਿਹੜੇ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਪੈਰਲਰ ਰੈਲੀ, ਹਾਲਾਂਕਿ ਉਹ ਫਲॉप ਸ਼ੋ ਰਿਹਾ, ਕਿਉਂਕਿ ਕਿਤੇ ਨਾ ਕਿਤੇ ਕਿਸਾਨਾਂ ਨੇ ਜਿਹੜੇ ਨੇ ਕਾਲੀਆਂ ਝੰਡੀਆਂ ਦਿਖਾਈਆਂ ਉਹਨਾਂ ਨੇ ਇੱਕ ਪਾਸੇ ਰਾਹੁਲ ਗਾਂਧੀ, ਜਿਸ ਤਰ੍ਹਾਂ ਆਪਾਂ ਜ਼ਿਕਰ ਕਰ ਰਹੇ ਸੀ ਕਿ ਪੰਜਾਬ 'ਚ ਰਾਜਨੀਤੀ ਰੱਜ ਕੇ ਹੋ ਰਹੀ ਹੈ, ਉਹ ਖੇਤੀ ਆਰਡੀਨੈਂਸਸ ਦੇ ਬਿੱਲਾਂ ਦੇ ਹੱਕਾਂ ਦੇ ਵਿੱਚ ਉਹਨਾਂ ਨੇ ਰੈਲੀ ਕੀਤੀ, ਇੱਕ ਪਾਸੇ ਵਿਰੋਧ ਦੇ ਵਿੱਚ ਰੈਲੀ ਹੋ ਰਹੀ ਹੈ। ਇਸ ਤੋਂ ਕਿਵੇਂ ਵੇਖੋਗੇ? ਦੇਖੋ, ਉਹਨਾਂ ਦੀ ਕੰਪਲਸ਼ਨ ਹੈ, ਕਿਉਂਕਿ ਉਹਨਾਂ ਦੇ ਵਿੱਚ ਉਹਨਾਂ ਨੂੰ ਪਾਰਟੀ ਦੇ ਫੈਸਲੇ ਉਲਟ ਬੋਲਣ ਦਾ ਅਧਿਕਾਰ ਨਹੀਂ ਹੈ। ਪਰ ਜਿੰਨੇ ਬੀਜੇਪੀ ਦੇ ਸੀਨੀਅਰ ਲੀਡਰ ਸਾਨੂੰ ਪਰਸਨਲੀ ਮਿਲੇ ਨੇ, ਸਾਰਿਆਂ ਨੇ ਰਿਜ਼ੈਂਟਮੈਂਟ ਸ਼ੋ ਕੀਤੀ ਹੈ ਕਿ ਜਿੰਨੀ ਕਾਹਲੀ ਨਾਲ, ਜਿਸ ਤਰੀਕੇ ਨਾਲ ਇਹ ਬਿੱਲ ਲਿਆ ਕੇ ਸਰਕਾਰ ਨੇ ਪਾਸ, ਪੰਜਾਬ 'ਚ ਬੀਜੇਪੀ ਲੀਡਰਸ ਦਾ ਵਿਰੋਧ ਹੋ ਰਿਹਾ। ਪੰਜਾਬ 'ਚ ਤਾਂ ਜੀ ਤੁਸੀਂ ਮੇਰੀ ਇੱਕ ਗੱਲ ਬੜੀ ਸਪਸ਼ਟ ਸੁਣ ਲਓ ਕਿ ਜਨਸੰਘ ਸੀ ਪਹਿਲਾਂ, ਫਿਰ ਭਾਰਤੀ ਜਨਤਾ ਪਾਰਟੀ, ਇਹਨਾਂ ਦੇ ਪੈਰ ਹੀ ਤਾਂ ਲੱਗੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇਹਨਾਂ ਦਾ ਸਹਿਯੋਗੀ ਸੀ। ਪਹਿਲੀ ਵਾਰ 67 ਵਿੱਚ ਜਦ ਡਾਕਟਰ ਬਲਦੇਵ ਪ੍ਰਕਾਸ਼ ਤੇ ਬਲਰਾਮ ਜੀ ਦਾਸ ਟੰਡਨ ਮਿਨਿਸਟਰ ਬਣੇ ਨੇ, ਤਾਂ ਉਹ ਅਕਾਲੀ ਦਲ ਦੀ ਕੈਬਨਿਟ 'ਚ ਬਣੇ ਸੀਗੇ। ਨਾਲੇ ਉਦੋਂ ਪਹਿਲਾਂ ਪੰਜਾਬੀ ਸੂਬੇ 'ਚ ਇੱਕ ਦੂਜੇ ਨੂੰ ਅਪੋਜ਼ ਕਰਦੇ ਸੀ, ਕਿਉਂਕਿ ਬੀਜੇਪੀ ਨੇ, ਭਾਵੇਂ ਉਹ ਜਨਸੰਘ ਸੀਗਾ, ਪੰਜਾਬ ਹਰ ਪੰਜਾਬ ਦੇ ਇਸ਼ੂ ਤੇ ਉਹਨਾਂ ਨੇ ਪੰਜਾਬ ਦੇ ਖਿਲਾਫ ਆਵਾਜ਼ ਰੱਖੀ ਸੀਗੀ ਸਾਰੀ। ਤੇ ਜੇ ਅੱਜ ਵੀ ਮੈਂ ਸਮਝਦਾ ਕਿ ਜੇ ਬੀਜੇਪੀ ਪੰਜਾਬ ਲਈ ਲਾਇਲ ਹੈ, ਅਸੀਂ ਉਸ ਸਟੈਪ ਨੂੰ ਵੈਲਕਮ ਕਰਾਂਗੇ। ਕਿਸਾਨਾਂ ਦਾ ਮਸਲਾ ਹੱਲ ਕਰ ਦੇਣ, ਚੰਡੀਗੜ੍ਹ ਪੰਜਾਬ ਨੂੰ ਦੇ ਦੇਣ, ਪੰਜਾਬ ਦੇ ਪਾਣੀ ਪੰਜਾਬ ਨੂੰ ਦੇ ਦੇਣ, ਪੰਜਾਬੀ ਬੋਲਦੇ ਇਲਾਕੇ, ਜੇ ਮੋਦੀ ਸਾਹਿਬ 370 ਤੋੜ ਸਕਦੇ ਨੇ, ਰਾਮ ਮੰਦਿਰ ਦਾ ਮਸਲਾ ਹੱਲ ਕਰਾ ਸਕਦੇ ਨੇ, ਸੀਏ ਦਾ ਬਿੱਲ ਕਰਾ ਸਕਦੇ ਨੇ, ਤੇ ਐਡੇ ਫਿਰ ਦਲੇਰ ਪ੍ਰਾਈਮ ਮਿਨਿਸਟਰ ਲਿਆ ਤਾਂ ਮਸਲੇ ਹੀ ਛੋਟੇ। ਪੰਜਾਬ ਵਾਲਾ ਕਿਸਾਨਾਂ ਵਾਲਾ ਬਿੱਲ ਪੰਜਾਬ ਤੇ ਲਾਗੂ ਨਾ ਕਰਨ, 371 ਆਰਟੀਕਲ 'ਚ ਐਕਸੈਪਸ਼ਨ ਕਰ ਦੇਣ ਕਿ ਪੰਜਾਬ 'ਚ ਨਹੀਂ ਲਾਗੂ ਹੋਊਗਾ। ਤੇ ਆ 4-5 ਮਸਲੇ ਜਿਹੜੇ 70 ਸਾਲ ਦੇ ਕਾਂਗਰਸ ਨੇ ਨਹੀਂ ਹੱਲ ਕੀਤੇ, ਡਿਸਹੋਨੈਸਟ ਅਪਰੋਚ ਕਰਕੇ, ਉਹ ਹੱਲ ਕਰ ਦੇਣ। ਸਾਡਾ ਕਿਹੜਾ ਬੀਜੇਪੀ ਨਾਲ ਜ਼ਾਤੀ ਲੜਾਈ ਹੈ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਹੈ ਸਾਰੀ ਜਾਣਕਾਰੀ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।